ਹੈਲੋ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਦੀਪ ਅਰੋੜਾ, ਮੈਨੇਜਿੰਗ ਡਾਇਰੈਕਟਰ ਮਾਈ ਵੀਜ਼ਾ ਓਵਰਸੀਜ਼ ਕੁਮਾਰ ਮੰਡੀ ਤੋਂ ਤੁਹਾਡੇ ਨਾਲ ਫਿਰ ਇੰਟਰੈਕਟਿਡ ਆ ਫੇਸਬੁੱਕ ਦੇ ਮਾਧਿਅਮ ਤੋਂ, ਔਰ ਮੇਰਾ ਭਵਿੱਖ ਵਿਦੇਸ਼ ਵਿੱਚ ਦੇ ਮੰਚ ਤੋਂ ਅਸੀਂ ਤੁਹਾਡੇ ਨਾਲ ਦੁਬਾਰਾ ਜਿਹੜੀ ਇੰਟਰੈਕਸ਼ਨ ਹੈ ਉਹਦਾ ਇੱਕੋ ਹੀ ਕਾਰਨ ਹੈ, ਇੱਕੋ ਹੀ ਮਕਸਦ ਹੈ ਕਿ ਲੋਕਾਂ ਤੱਕ ਜਿਹੜੀ ਸੱਚੀ ਤੇ ਸੁੱਚੀ ਜਿਹੜੀ ਨੌਲੇਜ ਹੈ, ਅਪਡੇਸ਼ਨਸ ਹੈ, ਉਹ ਪਹੁੰਚੇ ਜਾ ਸਕਣ। ਸੋ ਆਪਣੇ ਮਿੱਥੇ ਮੁਤਾਬਕ ਜਿਹੜਾ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਹਰ ਸ਼ੁੱਕਰਵਾਰ ਨੂੰ 5 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੇ ਨਾਲ ਰੂਬਰੂ ਹੋਵਾਂਗੇ, ਲਾਈਵ ਹੋਵਾਂਗੇ, ਔਰ ਜਿੰਨੀਆਂ ਵੀ ਵਰਡਸ ਜਾਂ ਅਪਡੇਟਸ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਸੋ ਸਮਾਂ ਆ ਗਿਆ ਔਰ ਤੁਸੀਂ ਸਾਰੇ ਹੀ ਵੇਟ ਕਰਦੇ ਹੋ, ਔਰ ਜਿਹੜੀਆਂ ਅਸੀਂ ਜਿਹੜੀ ਰਿਕਾਰਡਡ ਵੀਡੀਓਜ਼ ਪੈਂਦੀਆਂ ਨੇ ਸਾਰੇ ਸੋਸ਼ਲ ਮੀਡੀਆਜ਼ ਤੇ, ਸਾਰਿਆਂ ਦਾ ਬਹੁਤ ਭਰਵਾਂ ਹੁੰਗਾਰਾ ਹੁੰਦਾ ਹੈ। ਬਹੁਤ ਖੁਸ਼ੀ ਦੀ ਗੱਲ ਹੁੰਦੀ ਇਸ ਚੀਜ਼ ਦੀ ਕਿ ਤੁਸੀਂ ਮਾਈ ਵੀਜ਼ਾ ਨੂੰ ਇੰਨਾ ਟਰਸਟ ਔਰ ਫੇਥ ਨਾਲ ਡੀਲ ਕਰਦੇ ਹੋ। ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਤੁਹਾਨੂੰ ਇੱਕ ਪਰਿਵਾਰਿਕ ਮੈਂਬਰ ਵਾਂਗੂ ਹੀ ਸਮਝੀਏ, ਔਰ ਜਿਹੜੇ ਵੀ ਸਾਡੇ ਕੋਲ ਆਉਂਦੇ ਨੇ ਵੀਜ਼ਾਜ਼ ਬਾਰੇ ਪੁੱਛਣ ਦੇ ਲਈ ਜਾਂ ਕੋਈ ਕਰੀਅਰ ਕਾਉਂਸਲਿੰਗ ਦੇ ਲਈ, ਉਹਨਾਂ ਨੂੰ ਅਸੀਂ ਐਜ਼ ਅ ਫੈਮਿਲੀ ਮੈਂਬਰ ਵਾਂਗੂ ਡੀਲ ਕਰੀਏ। ਸੋ ਫਸਟ ਆਫ ਆਲ ਜਿਹੜਾ ਅੱਜ ਆਪਣਾ ਮਕਸਦ ਸੀ ਜੁੜਨ ਦਾ, ਉਹ ਇਹੀ ਸੀ ਕਿ ਆਪਾਂ ਇੱਕ ਸਾਈਪਰਸ ਦੇ ਸਟੱਡੀ ਵੀਜ਼ਾ ਬਾਰੇ ਗੱਲ ਕਰੀਏ, ਔਰ ਇਹਦੇ ਵਿੱਚ ਆਪਾਂ ਕਦੋਂ ਵੀਜ਼ਾ ਅਪਲਾਈ ਕਰਨਾ ਹੈ, ਨਹੀਂ ਕਰਨਾ ਹੈ, ਜਾਂ ਇਹਦੀਆਂ ਅੰਬੈਸੀ ਦੀ ਫੀਸ ਕੀ ਹੈ, ਮੈਡੀਕਲ ਦੇ ਕਿੰਨੇ ਖਰਚੇ ਨੇ, ਜਾਂ ਹੋਰ ਕੰਪਲੀਟ ਸਟੈਪ ਬਾਈ ਸਟੈਪ ਆਪਾਂ ਇਹਦੀ ਇਨਫੋਰਮੇਸ਼ਨ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸਾਈਪਰਸ ਸਟੱਡੀ ਵੀਜ਼ਾ ਦੀ। ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜਿਹੜਾ ਵਰਲਡ ਦੇ ਅਪਡੇਟਸ ਨੇ, ਜੋ ਅੱਜ ਦਾ ਹਾਲਾਤ ਹੈ, ਕਿਉਂਕਿ ਮੈਨੂੰ ਆਮ ਤੌਰ ਤੇ 6 ਦਿਨ 'ਚ ਇਹੀ ਕੁਐਸਚਨ ਕੀਤਾ ਜਾਂਦਾ ਹੈ ਸੈਟਰਡੇ ਤੋਂ ਲੈ ਕੇ ਤੇ ਫਰਾਈਡੇ ਤੱਕ ਕਿ ਸਰ ਕੀ ਹਾਲਾਤ ਨੇ ਐਗਜ਼ੈਕਟ, ਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਜਦੋਂ ਮੈਂ ਲਾਈਵ ਹੋਵਾਂਗਾ ਫੇਸਬੁੱਕ ਤੇ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਦੱਸਾਂਗਾ। ਸੋ ਨਾਲ ਸ਼ੇਅਰ ਕਰਦੇ ਰਹੋ ਵੀਡੀਓਜ਼, ਤੁਸੀਂ ਅੱਗੇ ਵੀ ਸ਼ੇਅਰ ਕਰਦੇ ਰਹਿੰਦੇ ਹੋ, ਔਰ ਤੁਹਾਡਾ ਬਹੁਤ ਬਹੁਤ ਥੈਂਕਸ ਹੈ। ਤੁਸੀਂ ਇੰਨਾ ਪਿਆਰ ਔਰ ਇੱਜ਼ਤ ਦਿੰਦੇ ਹੋ ਮਾਈ ਵੀਜ਼ਾ ਨੂੰ, ਔਰ ਇਹਦੀ ਬਦੌਲਤ ਅੱਜ ਮਾਈ ਵੀਜ਼ਾ ਨੇ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਹੈ ਕਿ ਸੱਚੀ ਔਰ ਸੁੱਚੀ ਤੁਹਾਨੂੰ ਅਪਡੇਟਸ ਦੇਣ ਦਾ, ਉਹਦੇ ਮੁਤਾਬਕ ਤੁਹਾਡੇ ਨਾਲ ਅਸੀਂ ਹਾਜ਼ਰ ਹਾਂ। ਸੋ ਵਰਲਡ ਦੇ ਅਪਡੇਟ ਇਹ ਨੇ ਕਿ ਵੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ, ਕਿਉਂਕਿ ਕੈਨੇਡਾ ਇੱਕ ਹੌਟ ਡੈਸਟੀਨੇਸ਼ਨ ਰਹਿੰਦੀ ਹੈ। ਸਾਡੀਆਂ 90% ਜਿਹੜੀਆਂ ਕਾਲਸ ਹੁੰਦੀਆਂ ਨੇ ਜਾਂ ਇਨਕੁਆਇਰੀਜ਼ ਹੁੰਦੀਆਂ ਨੇ ਉਹ ਕੈਨੇਡਾ ਦੇ ਲਈ ਹੀ ਹੁੰਦੀਆਂ ਨੇ। ਸੋ ਕੈਨੇਡਾ ਜਿਹੜਾ ਹੈ ਉਹ ਵੀਜ਼ਾਸ ਦੇ ਰਿਹਾ, ਚਾਹੇ ਫਲਾਈਟਸ ਪੋਸੀਬਲ ਨਹੀਂ ਹੋ ਰਹੀਆਂ ਬਟ ਪੀਪੀਆਰ ਆ ਰਹੀਆਂ ਨੇ, ਪਾਸਪੋਰਟ ਜਿਹੜੇ ਰਿਕੁਐਸਟ ਨੇ ਉਹ ਆ ਰਹੇ ਨੇ। ਪਹਿਲਾਂ ਜਿਹੜੇ BIL ਜਿਹੜੇ ਬਾਇਓਮੈਟ੍ਰਿਕ ਇਨਫੋਰਮੇਸ਼ਨ ਲੈਟਰ ਸੀ ਉਹ ਲੋਕਾਂ ਨੂੰ ਭੇਜੇ ਗਏ ਸੀ, ਸਟੂਡੈਂਟਸ ਨੂੰ ਭੇਜੇ ਗਏ ਸੀ, ਔਰ BIL ਤੋਂ ਬਾਅਦ ਜਿਹੜਾ PPR ਹੈ, ਪਾਸਪੋਰਟ ਰਿਕੁਐਸਟ ਨੇ, ਉਹ ਆ ਰਹੀਆਂ ਨੇ। ਸਟੂਡੈਂਟਸ ਦੇ ਵੀਜ਼ਾਸ ਲੱਗ ਰਹੇ ਨੇ, ਔਰ ਜਿਹੜੀਆਂ ਪ੍ਰੋਫਾਈਲਸ 5.5 ਵਾਲੀਆਂ ਵੀ ਨੇ ਉਹਨਾਂ ਦੇ ਵੀ ਵੀਜ਼ਾ ਗ੍ਰਾਂਟ ਕੀਤੇ ਜਾ ਰਹੇ ਨੇ। ਔਰ ਜਿੱਥੋਂ ਗੱਲ ਰਹੀ ਵਿਜ਼ਟਰ ਵੀਜ਼ਾ ਦੀ ਜਾਂ ਟੂਰਿਸਟ ਵੀਜ਼ਾ ਦੀ, ਉਹ ਫਿਲਹਾਲ ਹਾਲੇ ਪੋਸੀਬਲ ਨਹੀਂ ਲੱਗ ਰਹੇ, ਔਰ ਸਾਡੀ ਵੀ ਕੋਸ਼ਿਸ਼ ਹੈ ਕਿ 31 ਮਾਰਚ ਤੋਂ ਬਾਅਦ 31 ਮਾਰਚ ਤੋਂ ਬਾਅਦ ਜਦੋਂ ਕੁਝ ਪੋਸੀਬਿਲਿਟੀ ਬਣੇਗੀ ਉਦੋਂ ਹੀ ਅਸੀਂ ਤੁਹਾਨੂੰ ਦੱਸ ਪਾਵਾਂਗੇ ਕਿ ਫਿਲਹਾਲ ਕਿਉਂਕਿ ਨਾਨ ਆਪਸ਼ਨਲ ਕੈਟਾਗਰੀ ਦੇ ਵਿੱਚ ਹੀ ਵੀਜ਼ਾਸ ਜਿਹੜੇ ਨੇ ਉਹ ਗ੍ਰਾਂਟ ਕੀਤੇ ਜਾਂਦੇ ਨੇ। ਇਸ ਲਈ ਕੈਨੇਡਾ ਦੇ ਲਈ ਤੁਸੀਂ ਕੋਸ਼ਿਸ਼ ਇਹ ਕਰੋ ਕਿ ਸਟੱਡੀ ਵੀਜ਼ਾ ਜਾਂ ਜਿਨ੍ਹਾਂ ਨੇ ਵਰਕ ਪਰਮਿਟ ਅਪਲਾਈ ਕੀਤਾ ਹੈ ਜਾਂ ਜਿਨ੍ਹਾਂ ਦੀ ਰੈਜ਼ੀਡੈਂਸੀ ਹੈ, ਉਹਨਾਂ ਦੇ ਜਿਹੜੇ ਵੀਜ਼ਾਸ ਨੇ ਉਹ ਬਿਲਕੁਲ ਤੜਾਤੜ ਆ ਰਹੇ ਨੇ, ਉਹ 'ਚ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਵਿਜ਼ਟਰ ਵੀਜ਼ਾ ਤੇ ਫਿਲਹਾਲ ਤੁਸੀਂ ਗੁਰੇਜ਼ ਕਰੋ, ਹਾਲੇ ਉਹਦੇ ਤੇ ਤੁਸੀਂ ਨਾ ਟਰੈਵਲ ਕਰੋ। ਜੇ ਮੈਂ ਗੱਲ ਕਰਾਂ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀ, 3-3 ਮਹੀਨੇ ਦਾ ਹਾਲੇ ਫਿਲਹਾਲ ਟਰੈਵਲ ਰਿਸਟ੍ਰਿਕਸ਼ਨਸ ਨੇ ਔਰ ਬਾਰਡਰ ਸੀਲ ਨੇ। ਤੋ ਜਿਹੜੇ ਤੁਹਾਨੂੰ ਕੋਈ ਭਰਮਾਉਂਦੇ ਨੇ ਕਿ ਅਸੀਂ ਤੁਹਾਨੂੰ ਆਸਟ੍ਰੇਲੀਆ ਦਾ ਔਰ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਲੈ ਦਿਆਂਗੇ, ਫਿਲਹਾਲ ਕਿਸੇ ਦੀ ਗੱਲ 'ਚ ਆਉਣ ਦੀ ਲੋੜ ਨਹੀਂ ਹੈ। ਕੋਸ਼ਿਸ਼ ਕਰੋ ਕਿ 31 ਜੁਲਾਈ ਤੋਂ ਬਾਅਦ ਜਦੋਂ ਬਾਰਡਰ ਜਿਹੜੇ ਨੇ ਓਪਨ ਹੋਣਗੇ, ਤੁਸੀਂ ਉਸ ਤੋਂ ਬਾਅਦ ਹੀ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦਾ ਵੀਜ਼ਾ ਹੈ, ਵਿਜ਼ਟਰ ਵੀਜ਼ਾ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ। ਜਿੱਥੇ ਤੱਕ ਗੱਲ ਰਹੀ ਸਟੱਡੀ ਵੀਜ਼ਾ ਦੀ, ਆਸਟ੍ਰੇਲੀਆ ਦੇ ਜਿਹੜੇ ਸਟੱਡੀ ਵੀਜ਼ਾਸ ਨੇ ਉਹ ਆ ਰਹੇ ਨੇ, ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਨਿਊਜ਼ੀਲੈਂਡ ਦੇ ਹਾਲੇ ਥੋੜਾ ਜਿਹਾ ਤੁਹਾਨੂੰ ਆਪਣੇ ਆਪ ਨੂੰ ਰੋਕਣਾ ਪਏਗਾ ਕਿਉਂਕਿ ਨਿਊਜ਼ੀਲੈਂਡ ਹਾਲੇ ਵੀਜ਼ਾਸ ਨਹੀਂ ਦੇ ਰਿਹਾ। ਸੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਬਾਅਦ ਮੈਂ ਜੇ ਗੱਲ ਕਰਾਂ ਯੂਕੇ ਦੇ ਵਿੱਚ ਸਟੱਡੀ ਵੀਜ਼ਾ ਵੀ ਔਰ ਵਿਜ਼ਟਰ ਵੀਜ਼ਾ ਵੀ ਇਹ ਦੋਨੋਂ ਲੱਗ ਰਹੇ ਨੇ। ਤੁਸੀਂ ਮਾਈ ਵੀਜ਼ਾ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਟੱਡੀ ਵੀਜ਼ਾ ਲਈ, ਵਿਜ਼ਟਰ ਵੀਜ਼ਾ ਲਈ। ਜੇ US ਦੀ ਗੱਲ ਕਰੀਏ ਤਾਂ ਥੋੜੀ ਜਿਹੜੀ ਅਪਾਇੰਟਮੈਂਟਸ ਨੇ ਉਹ ਥੋੜੀ ਜਿਹੀਆਂ ਆਪਾਂ ਨੂੰ ਲੇਟ ਮਿਲਣਗੀਆਂ, ਬਟ ਫਿਲਹਾਲ
ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਓਵਰਆਲ ਟੋਟੈਲਿਟੀ 'ਚ ਗੱਲ ਕਰੀਏ ਤਾਂ ਪੂਰੇ ਜਿਹੜਾ ਵਰਲਡ ਦਾ ਮਾਹੌਲ ਹੈ, ਨੋ ਡਾਊਟ ਕਿ ਵੈਕਸੀਨੇਸ਼ਨ ਆਉਣ ਤੋਂ ਬਾਅਦ ਬਹੁਤ ਪੋਜ਼ਿਟਿਵ ਮਾਹੌਲ ਬਣਿਆ ਪੂਰੇ ਵਰਲਡ ਦਾ, ਬਟ ਫਿਰ ਵੀ ਇਹਤਿਆਤ ਦੀ ਲੋੜ ਹੈ। ਤੁਹਾਨੂੰ ਆਪਣੇ ਆਪ ਨੂੰ ਰਿਸਟ੍ਰਿਕਸ਼ਨਸ ਦੀ ਲੋੜ ਹੈ ਕਿ ਜੇ ਤੁਹਾਨੂੰ ਜ਼ਰੂਰਤ ਨਹੀਂ ਹੈ ਕਿਸੇ ਕੰਟਰੀ ਦੇ ਵਿੱਚ ਟਰੈਵਲ ਕਰਨ ਦੀ ਤਾਂ ਉਹਨੂੰ ਫਿਲਹਾਲ ਪੋਸਟਪੋਨ ਕਰਕੇ 2 ਜਾਂ 3 ਮਹੀਨੇ ਲਈ ਤੁਸੀਂ ਹਾਲੇ ਪੋਸਟਪੋਨ ਕਰ ਸਕਦੇ ਹੋ। ਜੇ ਮੈਂ ਗੱਲ ਕਰਾਂ ਸਿੰਗਾਪੁਰ ਜਾਂ ਦੁਬਈ ਦੀ ਜਾਂ ਐਸੇ ਜਿਹੜੇ ਏਸ਼ੀਅਨ ਕੰਟਰੀਜ਼ ਨੇ, ਇਹਨਾਂ ਦੇ ਵਿੱਚ ਵੀਜ਼ਾ ਲੱਗ ਰਹੇ ਨੇ, ਤੁਸੀਂ ਇੱਥੇ ਘੁੰਮਣ ਫਿਰਨ ਲਈ ਜਾ ਸਕਦੇ ਹੋ। ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਜਿਹੜੀ ਕੰਟਰੀਜ਼ ਨੇ ਉਹ ਇੱਕ ਤਾਂ 72 ਆਵਰਸ ਤੋਂ ਪਹਿਲਾਂ ਕੋਵਿਡ ਨੈਗੇਟਿਵ ਜਿਹੜਾ ਤੁਹਾਡਾ ਰਿਪੋਰਟ ਹੈ ਉਹ ਹੋਣੀ ਚਾਹੀਦੀ ਹੈ। ਫਿਰ ਤੁਹਾਡੀ ਕੁਆਰੰਟੀਨ ਹੈ, ਉਹ ਤੁਸੀਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਵਰਲਡ ਲੈਵਲ ਦੀਆਂ ਉਹ ਫੋਲੋ ਕਰਨੀਆਂ ਨੇ। ਸੋ ਇਹ ਤਾਂ ਹੋ ਗਈ ਜੀ ਵਰਲਡ ਅਪਡੇਟਸ। ਔਰ ਜੇ ਮੈਂ ਸਾਈਪਰਸ ਦੀ ਗੱਲ ਕਰਾਂ, ਹੁਣ ਆਪਾਂ ਅਗਲੇ 15-20 ਮਿੰਟ ਦੇ ਵਿੱਚ ਸਾਈਪਰਸ ਦੀ ਗੱਲ ਕਰਨੀ ਹੈ। ਸਾਈਪਰਸ ਦਾ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਤਰੀਕਾ ਦੱਸ ਦਾਂਗਾ ਕਿ ਅਪਲਾਈ ਕਰਨ ਦਾ ਤਰੀਕਾ ਕੀ ਹੈ, ਬਟ ਫਿਲਹਾਲ ਤੁਸੀਂ ਅਪਲਾਈ ਨਾ ਕਰਿਓ, ਕਿਉਂਕਿ ਹਾਲੇ ਤੱਕ ਜਿਨ੍ਹਾਂ ਨੇ 2020 ਜੂਨ 'ਚ ਅਪਲਾਈ ਕੀਤਾ ਹੋਇਆ ਸੀ ਸਾਈਪਰਸ ਦੇ, ਉਹਨਾਂ ਦੇ ਹੀ ਵੀਜ਼ਾਸ ਹਾਲੇ ਆ ਰਹੇ ਨੇ। ਸੋ ਹਾਲੇ 1 ਸਾਲ ਦਾ ਬੈਕਲੌਗ ਹੈ। ਸੋ ਇਟ ਇਜ਼ ਬੈਟਰ ਕਿ ਤੁਸੀਂ ਜੇ ਸਾਈਪਰਸ ਜਾਣਾ ਚਾਹੁੰਦੇ ਹੋ ਤਾਂ ਅਕੋਰਡਿੰਗ ਟੂ ਮੀ, ਸਾਡੀ ਜਿਹੜੀ ਆਪਣੀ ਜਿਹੜੀ ਪਰਸਨਲ ਰਾਏ ਤੁਹਾਨੂੰ ਹੋਏਗੀ ਉਹ ਇਹੀ ਹੈ ਕਿ ਤੁਸੀਂ ਸਪਟੈਂਬਰ ਤੋਂ ਬਾਅਦ ਅਪਲਾਈ ਕਰ ਲਿਓ। ਫਿਲਹਾਲ ਅਪਲਾਈ ਨਾ ਕਰੋ, ਪਰ ਸਮਝ ਲਵੋ ਕਿ ਸਾਈਪਰਸ ਜਿਹੜਾ ਸਟੱਡੀ ਵੀਜ਼ਾ ਹੈ ਇਹ ਗ੍ਰਾਂਟ ਕਿਵੇਂ ਹੁੰਦਾ ਹੈ, ਇਹਨੂੰ ਆਪਾਂ ਅਪਲਾਈ ਕਿਵੇਂ ਕਰਦੇ ਹਾਂ, ਔਰ ਸਟੈਪ ਬਾਈ ਸਟੈਪ ਤੁਹਾਨੂੰ ਸਮਝਾਵਾਂਗਾ ਸਾਰਾ ਕਿ ਆਪਾਂ ਕਿਵੇਂ ਸਾਈਪਰਸ ਦਾ ਜਿਹੜਾ ਸਟੱਡੀ ਵੀਜ਼ਾ ਹੈ ਇਹ ਅਪਲਾਈ ਕਰ ਸਕਦੇ ਹਾਂ। ਇਹਦੇ ਨਾਲ ਨਾਲ ਜਿਹੜੀ ਇੱਕ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਇਹ ਹੈ ਕਿ ਜਿਹੜੇ ਮੈਨੂੰ ਕਾਲਸ ਆਉਂਦੀਆਂ ਨੇ ਵਰਕ ਪਰਮਿਟ ਲਈ ਜਾਂ PR ਦੇ ਲਈ, ਤਾਂ ਮੈਂ ਤੁਹਾਨੂੰ ਇਹ ਚੀਜ਼ ਅਸੀਂ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਮੇਰੇ ਕਲਾਇੰਟਸ ਨੇ, ਸਟੂਡੈਂਟਸ ਨੇ, ਵਿਊਅਰਸ ਨੇ, ਸਾਨੂੰ ਵਰਕ ਪਰਮਿਟ ਲਈ ਜੇ ਫੋਨ ਕਰਦੇ ਨੇ ਤਾਂ ਉਹ ਪਲੀਜ਼ ਨਾ ਕਰੋ, ਕਿਉਂਕਿ ਮਾਈ ਵੀਜ਼ਾ ਓਵਰਸੀਜ਼ ਵਰਕ ਪਰਮਿਟ ਦੇ ਵਿੱਚ ਡੀਲ ਨਹੀਂ ਕਰਦਾ। ਹੁਣ ਮੇਰੀ ਕੱਲ ਵੀ ਕਿਸੇ ਨਾਲ ਗੱਲ ਹੋ ਰਹੀ ਸੀ, ਐਕਚੁਅਲੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਵਰਕ ਪਰਮਿਟ ਦੇ ਲਈ ਜਿਹੜੀ ਆਥੋਰਾਈਜ਼ ਜਿਹੜੀ ਜਾਂ ਅਥਾਰਟੀ ਜਿਹੜੇ ਪੀਪਲ ਨੇ ਉਹ ਕੌਣ ਨੇ। ਤਾਂ ਇਹ ਆਪਾਂ 2-3 ਮਿੰਟ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਿ ਤੁਹਾਨੂੰ ਕਲੈਰਿਟੀ ਹੋਵੇ ਕਿ ਵਰਕ ਪਰਮਿਟ ਕੌਣ ਇਸ਼ੂ ਕਰਵਾ ਸਕਦਾ ਹੈ, ਕਿਹੜੀ ਆਥੋਰਾਈਜ਼ ਏਜੰਸੀ ਹੈ ਕਿ ਜਿਹੜੀ ਤੁਹਾਡੇ ਵਰਕ ਪਰਮਿਟ ਲਵਾ ਸਕਦੀ ਹੈ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਕਿ ਅਸੀਂ ਪੰਜਾਬ ਤੋਂ ਆਪਰੇਟ ਕਰ ਰਹੇ ਹਾਂ, ਨੋ ਡਾਊਟ ਕਿ ਸਾਡਾ ਜਿਹੜਾ ਆਫਿਸ ਹੈ ਉਹ ਰਾਜਸਥਾਨ ਦੇ ਵਿੱਚ ਵੀ ਸ਼੍ਰੀ ਗੰਗਾਨਗਰ ਦੇ ਵਿੱਚ ਹੈ। ਅਸੀਂ ਲਾਸਟ ਮੰਥ ਉੱਥੋਂ ਦੀ ਆਪਰੇਟ ਕਰ ਰਹੇ ਹਾਂ। ਮੰਡੇ ਔਰ ਟਿਊਜ਼ਡੇ ਨੂੰ ਮੈਂ ਤੁਹਾਨੂੰ ਉੱਥੇ ਹੀ ਮਿਲਦਾ ਵਾਂ, ਤੁਸੀਂ ਮੇਰਾ ਅਪਾਇੰਟਮੈਂਟ ਲੈ ਕੇ ਉੱਥੇ ਮਿਲ ਸਕਦੇ ਹੋ। ਜਿਨ੍ਹਾਂ ਨੇ ਕੁਝ ਆਫਿਸ ਵੀ ਆਪਣੇ ਓਪਨ ਕਰਨੇ ਨੇ ਜਾਂ ਸਾਡੇ ਨਾਲ ਐਸੋਸੀਏਟ ਵੀ ਐਜ਼ ਐਸੋਸੀਏਟ ਵੀ ਕੰਮ ਕਰਨਾ ਤੇ ਸਾਡੇ ਨਾਲ ਕੰਮ ਕਰ ਸਕਦੇ ਨੇ। ਸੋ ਜੇ ਮੈਂ ਗੱਲ ਕਰਾਂ ਵਰਕ ਪਰਮਿਟ ਦੀ, ਇੱਕ ਬੜਾ ਸੈਂਸਿਟਿਵ ਇਹ ਵਰਡ ਹੈ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ, ਕਿਉਂਕਿ ਲੋਕਾਂ ਨੇ ਇਸ ਵਰਡ ਨੂੰ ਬਹੁਤ ਮਿਸਯੂਜ਼ ਕੀਤਾ। ਔਰ ਹੁਣ ਜਦੋਂ ਸਰਕਾਰ ਨੇ ਲਾਇਸੈਂਸ ਦੇਣ ਦੀ ਜਿਹੜੀ ਕਵਾਇਦ ਹੈ ਇਹ ਸ਼ੁਰੂ ਕੀਤੀ ਹੈ, ਇਹਦੇ ਵਿੱਚ ਕੁਝ ਮਤਲਬ ਰੁਕਾਵਟ, ਕੁਝ ਠੱਲ ਪਿਆ ਹੈ, ਕੁਝ ਲੋਕਾਂ ਨੂੰ ਸਮਝ ਆਈ ਹੈ, ਬਟ ਐਗਜ਼ੈਕਟ ਹਾਲੇ ਸਮਝ ਨਹੀਂ ਆਈ ਕਿ ਵੀ ਵਰਕ ਪਰਮਿਟ ਕਿਹੜੀ ਏਜੰਸੀ ਹੈ ਉਹ ਕਰਵਾ ਸਕਦੀ ਹੈ। ਤਾਂ ਮੈਂ ਤੁਹਾਨੂੰ ਅਗਲੇ 2-3 ਮਿੰਟ ਦੇ ਵਿੱਚ ਦੱਸੂਗਾ ਕਿ ਵਰਕ ਪਰਮਿਟ ਹੁੰਦਾ ਕੀ ਹੈ ਤੇ ਇਹ ਕਿਵੇਂ ਆਪਾਂ ਕਿਹੜੀ ਏਜੰਸੀਜ਼ ਨੇ ਉਹ ਕਰਾ ਸਕਦੀਆਂ ਨੇ। ਔਰ ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਸਾਈਪਰਸ ਦਾ ਸਟੱਡੀ ਵੀਜ਼ਾ ਹੈ ਉਹ ਡਿਸਕਸ ਕਰ ਲਾਂਗੇ, ਰਾਈਟ। ਸੋ ਸਭ ਤੋਂ ਪਹਿਲਾਂ ਵਰਕ ਪਰਮਿਟ ਜਿਹੜਾ ਵਰਡ ਹੈ ਇਹ ਸਿਰਫ ਜਿਹੜੇ ਇਮੀਗ੍ਰੇਟ ਜਿਹੜੇ ਹੈਗੇ ਨੇ, ਇਮੀਗ੍ਰੇਸ਼ਨ ਦੇ ਲਈ ਯੂਜ਼ ਹੁੰਦਾ ਕਿ ਜਿਹੜੇ ਪ੍ਰਵਾਸੀ ਭਾਰਤੀ ਜਿਹੜੇ ਕਿ ਹਿੰਦੁਸਤਾਨ ਤੋਂ ਬਾਹਰਲੇ ਕੰਟਰੀ ਵਿੱਚ ਕੰਮ ਕਰਨਾ ਜਿਹੜਾ ਚਾਹੁੰਦੇ ਨੇ। ਹੁਣ ਕਿਹੜੀ ਕੰਟਰੀਜ਼ ਜਿਹੜੀਆਂ ਤਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਲਾਇਸੈਂਸ ਦਿੱਤਾ ਜਾਂਦਾ, ਜਿਹਦੇ ਵਿੱਚ 50 ਲੱਖ ਰੁਪਏ ਦੀ ਬੈਂਕ ਗਰੰਟੀ ਹੈ, ਜਿਹਨੂੰ BG ਕਹਿੰਦੇ ਨੇ, ਬੈਂਕ ਗਰੰਟੀ। ਉਹਦੇ ਵਿੱਚ ਤੁਹਾਡੀ 25,000 ਰੁਪਏ ਦੀ ਜਿਹੜੀ ਫੀਸ ਹੈ, ਉਸ ਤੋਂ ਬਾਅਦ ਜਿਹੜੀਆਂ ਅੱਗੋਂ ਫੀਸਾਂ ਲੱਗਦੀਆਂ ਨੇ ਉਹ ਅਲੱਗ ਹੈ। 50 ਲੱਖ ਰੁਪਏ ਜਿਹੜੀ ਬੈਂਕ ਗਰੰਟੀ ਹੈ ਉਹ ਦੇਣੀ ਪੈਂਦੀ ਹੈ। ਇਹਦੇ ਵਿੱਚ ਤੁਹਾਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵਿੱਚ emigrate.gov.in ਇਹਨਾਂ ਦੀ ਵੈਬਸਾਈਟ ਹੈ। ਇੱਥੇ ਜਾ ਕੇ ਜਿਹੜੇ ਪੂਰੇ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਲਾਇਸੈਂਸ ਲਿਆ, ਪੰਜਾਬ ਦੇ ਵਿੱਚ ਵੀ ਲੋਕ ਹੈਗੇ ਨੇ, ਲੁਧਿਆਣੇ ਵਿੱਚ ਵੀ ਲੋਕ ਹੈਗੇ ਨੇ, ਤੁਸੀਂ ਇਹਨਾਂ ਦਾ ਜਿਹੜਾ ਨਾਮ ਹੈ, ਇਹਨਾਂ ਦਾ ਜਿਹੜਾ ਏਜੰਸੀਜ਼ ਨੇ, ਉਹਨਾਂ ਨੂੰ emigrate.gov.in ਤੇ ਜਾ ਕੇ ਸਰਚ ਕਰ ਸਕਦੇ ਹੋ ਕਿ ਸਿਰਫ ਇਹੀ ਲੋਕ ਜਿਹੜੇ ਨੇ ਉਹ ਵਰਕ ਪਰਮਿਟ ਕਰ ਸਕਦੇ ਨੇ। ਪਰ ਕਿਹੜੀ ਕੰਟਰੀਜ਼ ਦਾ ਇਹ ਵੀ ਧਿਆਨ ਰੱਖਿਓ, ਓਨਲੀ 17 ਕੰਟਰੀਜ਼। ਕਿਹੜੀਆਂ? ਗਲਫ ਕੰਟਰੀਜ਼, ਜਿਵੇਂ ਤੁਹਾਨੂੰ ਪਤਾ ਕਿ ਦੁਬਈ ਹੈ, ਰਿਆਦ ਹੈ, ਓਮਾਨ ਹੈ, ਜਾਂ ਕਤਰ ਹੈ, ਲੀਬੀਆ ਹੈ। ਇਹ 17 ਕੰਟਰੀਜ਼ ਦੇ ਨਾਮ ਜਿਹੜੇ ਨੇ ਉਹ ਉਸ ਵੈਬਸਾਈਟ ਤੇ ਲਿਖੇ ਹੋਏ ਨੇ ਕਿ ਜਿਹੜਾ ਵੀ ਸਾਡੇ ਕੋਲੋਂ ਇਹ ਲਾਇਸੈਂਸ ਲਏਗਾ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਿੱਲੀ ਤੋਂ ਇਹ ਲਾਇਸੈਂਸ ਲਏਗਾ, ਓਨਲੀ ਉਹੀ 17 ਕੰਟਰੀ ਦੇ ਵਿੱਚ ਵਰਕ ਪਰਮਿਟ ਦਵਾ ਸਕਦੇ ਨੇ, ਜਿਹਦੇ ਵਿੱਚ 50 ਲੱਖ ਰੁਪਏ ਦੀ ਬੈਂਕ ਗਰੰਟੀ ਹੈ। ਉਹ ਜਿਹੜੀ ਬਾਕੀ ਫੀਸਾਂ ਨੇ ਸਰਕਾਰ ਦੀਆਂ ਉਹ ਤੁਹਾਨੂੰ ਨਾਲ
पे करनी पैंदियां ने। प्रोसैस तकरीबन साल 1.5 साल 2 साल का प्रोसैस भी है, इन्ना आसान नहीं है। थोड़ी पूरी इंक्वायरी होंदी है, ਤੁਹਾਨੂੰ अपना जगह दसनी पैंदी कि ਸਾਡੇ ਕੋਲ 400 450 ਸਕੁਅਰ ਫੀਟ ਦੀ ਜਗ੍ਹਾ ਹੈ, ਸਾਡੇ ਕੋਲ ਇੰਨੇ EMPLOYEES ਨੇ, ਉਹ ਇਸ ਤਰ੍ਹਾਂ ਕੰਮ ਕਰਦੇ ਨੇ, ਉਹਨਾਂ ਦਾ ਬੈਕਗ੍ਰਾਉਂਡ ਕੀ ਹੈ, ਇਹ ਸਾਰਾ ਤੁਹਾਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਜਮ੍ਹਾਂ ਕਰਾਉਣਾ ਪੈਂਦਾ ਹੈ। ਚੰਡੀਗੜ੍ਹ ਦੇ ਵਿੱਚ ਇਹਦਾ ਜਿਹੜਾ ਆਫਿਸ ਹੈ, ਇੱਥੋਂ ਦੀ ਸਾਰਾ ਜਿਹੜੀ ਆਪਰੇਟ ਹੁੰਦਾ ਹੈ। ਤੁਹਾਡੀਆਂ ਇਨਕੁਆਇਰੀਜ਼ ਨੇ ਉਹ ਚੰਡੀਗੜ੍ਹ ਤੋਂ ਮਾਰਕ ਹੁੰਦੀਆਂ ਨੇ ਔਰ ਜਾਂਦੀਆਂ ਇਹ ਦਿੱਲੀ ਨੇ। ਸੋ पहला पॉइंट ये हो गया कि जेडे वर्क परमिट करना चाहते हैं या जेडे करवाना चाहते हैं वो इन्ना ही एजेंसीज नाल कॉन्टैक्ट करन। माई वीज़ा ओवरसीज कोल मिनिस्ट्री ऑफ एक्सटर्नल अफेयर का लाइसेंस नहीं है, साडे को सिर्फ पंजाब गौरमेंट का ही लाइसेंस है, जिहदे विच असीं वर्क परमिट नहीं कर सकते। दूजी गल, हुण गल आ गई कि भी सानूं फोन आते हैं कि सर तुसीं कैनेडा का वर्क परमिट करते हो, तुसीं आस्ट्रेलिया का वर्क परमिट करते हो। कैनेडा का वर्क परमिट या PR सिर्फ ICCRC मैंबर ही कर सकते हैं, ये भी ध्यान रखियो। हाँ, जो लुधियाने च रह रहा है या पंजाब च रह रहा है या इंडी च रह रहा है वो ICCRC मैंबर है, तुम उन्होंने कॉन्टैक्ट कर सकते हो। माई वीज़ा ओवरसीज इटसेल्फ ICCRC मैंबरशिप नहीं है, तो असी कैनेडा का वर्क परमिट भी नहीं कर सकते। हुण ICCRC मैंबरशिप की होंदी है, ये असल दे विच तुहाडे जिहड़े इमीग्रेशन कंसलटेंट ने ये फ्रॉम कैनेडा होंगे ने, इमीग्रेशन कंसलटेंट फ्रॉम कैनेडा, ਉਹੀ ਇਹ ਰੈਗੂਲੇਟਰੀ ਕਾਉਂਸਲਸ ਦੇ ਅੰਡਰ ਆਉਂਦੇ ਨੇ, ਉਹਨਾਂ ਤੋਂ ਹੀ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ। ਹੁਣ ਵਰਕ ਪਰਮਿਟ ਜਿਹੜਾ ਕੈਨੇਡਾ ਤੋਂ ਲੈਣਾ ਉਹਦੇ ਵਿੱਚ LMIA ਹੈ, ਜਿਹਨੂੰ ਆਪਾਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕਹਿੰਦੇ ਹਾਂ, ਜਿਹੜੀ ਕਿ ESDC ਡਿਪਾਰਟਮੈਂਟ ਜਿਹੜਾ ਇੰਪਲੋਇਮੈਂਟ ਸੋਸ਼ਲ ਡਿਵੈਲਪਮੈਂਟ ਆਫ ਕੈਨੇਡਾ ਹੈ ਉਹ ਇਸ਼ੂ ਕਰਦਾ ਹੈ। ਹੁਣ ਜਿਹੜਾ ESDC ਡਿਪਾਰਟਮੈਂਟ ਹੈ ਉਹ ਪਹਿਲਾਂ ਦੇਖੇਗਾ ਨਾ ਕਿ ਵੀ ਉਹ TPA ਭੇਜਦਾ ਹੈ, ਜਿਹਨੂੰ ਥਰਡ ਪਾਰਟੀ ਐਡਮਿਨਿਸਟ੍ਰੇਟਰ ਕਹਿੰਦੇ ਨੇ। ਉਹ ਪਹਿਲਾਂ ਤੁਹਾਡੀ ਚੈੱਕ ਕਰਦਾ, ਤੁਹਾਡੀ ਸਕਿੱਲਸ ਨੂੰ ਚੈੱਕ ਕਰਦਾ ਕਿ ਵਾਕਈ ਹੀ ਤੁਸੀਂ ਇਲੈਕਟ੍ਰੀਸ਼ੀਅਨ ਹੋ, ਵੈਲਡਰ ਹੋ, ਜਾਂ ਤੁਸੀਂ ਕਿਹੜਾ ਕਾਰੋਬਾਰ ਕਰਦੇ ਹੋ, ਤੁਸੀਂ ਸ਼ੈਫ ਹੋ। ਤੁਹਾਡੀ ਪੂਰੀ ਇੰਟਰਵਿਊ ਲਈ ਜਾਂਦੀ ਹੈ। ਜਿਹੜਾ ਉੱਥੋਂ ਦਾ ਇੰਪਲੋਇਰ ਹੁੰਦਾ ਹੈ, ਕੈਨੇਡਾ ਦਾ ਇੰਪਲੋਇਰ ਹੁੰਦਾ ਹੈ, ਉਹ ਤੁਹਾਡੀ $1000 ਕੈਨੇਡੀਅਨ ਡਾਲਰ ਤੁਹਾਡੀ ਫੀਸ ਭਰਦਾ ਹੈ। 3 ਮਹੀਨੇ ਲਈ ਤੁਹਾਡੀ ਐਡਵਰਟਾਈਜ਼ਮੈਂਟ ਦਿੰਦਾ ਹੈ ਆਪਣੇ ਲੋਕਲ ਅਖਬਾਰ ਦੇ ਵਿੱਚ। ਤਾਂ ਇੰਨਾ ਆਸਾਨ ਕੰਮ ਕਿੱਥੋਂ ਹੋ ਗਿਆ? ਜਿਹੜੇ ਤੇ ਕਹਿੰਦੇ ਨੇ ਕਿ 2.5 ਲੱਖ ਰੁਪਏ ਦਿਓ ਔਰ ਤੁਹਾਨੂੰ ਵਰਕ ਪਰਮਿਟ ਦਵਾ ਦਾਂਗੇ, ਕਿਵੇਂ ਹੋ ਸਕਦਾ? ਸੋ ਜਾਂ ਤੁਸੀਂ ਤਨਖਾਹ ਦੇ ਵਿੱਚੋਂ ਆਪਣੀ ਸੈਲਰੀ ਦੇ ਵਿੱਚੋਂ ਪੈਸੇ ਕਢਾ ਲਿਓ, ਹਾਊ ਦਿਸ ਇਜ਼ ਪੋਸੀਬਲ? ਤੁਹਾਨੂੰ ਕਿਆ ਉੱਥੇ ਜਿਹੜੇ ਲੋਕ ਕੰਮ ਕਰ ਰਹੇ ਨੇ, ਜਿਹੜੇ ਸਿਟੀਜ਼ਨ ਨੇ, ਕਿਆ ਉਹਨਾਂ ਲਈ ਇਹ ਕੰਮ ਨਹੀਂ ਹੋ ਸਕਦਾ? ਕਿਆ ਉਹਨਾਂ ਨੂੰ ਓਵਰਸੀਜ਼ ਹੀ ਬੁਲਾਉਣਾ ਜਿਹੜਾ ਹੈ ਉਹ ਬੜਾ ਈਜ਼ੀ ਰਹਿੰਦਾ? ਦੇਖੋ, ਹਰ ਇੰਪਲੋਇਰ ਦਾ ਕੋਟਾ ਹੁੰਦਾ ਹੈ, ਹਰ ਇੰਪਲੋਇਰ ਸਾਰਿਆਂ ਨੂੰ ਹੀ ਨਹੀਂ ਬੁਲਾ ਸਕਦਾ। ਇਹ ਇੱਕ ਬਹੁਤ ਸੈਂਸਿਟਿਵ ਟੌਪਿਕ ਹੈ, ਮੈਂ ਜ਼ਿਆਦਾ ਇਹ ਤੇ ਡਿਸਕਸ ਨਹੀਂ ਕਰ ਪਾਉਂਗਾ। मैं बस तुहानूं यही दसना चाहना कि ਜਿਹੜੇ ਮੇਰੇ ਮਿੱਤਰ, ਜਿਹੜੇ ਮੇਰੇ ਫਰੈਂਡਸ ਕੈਨੇਡਾ ਜਾਣਾ ਚਾਹੁੰਦੇ ਨੇ ਵਰਕ ਪਰਮਿਟ ਤੇ, ਉਹ ਸਿਰਫ ICCRC ਜਿਹੜੇ ਮੈਂਬਰਸ ਨੇ ਜਾਂ ICIC ਜਿਹੜੇ ਮੈਂਬਰਸ ਨੇ ਉਹਨਾਂ ਦੇ ਨਾਲ ਹੀ ਕੰਟੈਕਟ ਕਰੋ। ਹੋਰ ਕਿਸੇ ਨੂੰ ਪੈਸਾ ਦੇ ਕੇ ਫਸਣ ਦੀ ਜ਼ਰੂਰਤ ਨਹੀਂ ਹੈ, ਉਹ ਨਾ ਹੀ ਕੋਈ ਕਰਾ ਸਕਦਾ ਹੈ। ਹੁਣ ਜਿਹੜੇ ਇੰਪਲੋਇਰ ਨੇ, ਕੈਨੇਡਾ ਦੇ ਇੰਪਲੋਇਰ ਨੇ, ਹੁਣ ICCRC ਮੈਂਬਰਸ਼ਿਪ ਜਿਹੜੇ ਮੈਂਬਰਸ ਹੈਗੇ ਨੇ ਉਹ ਪੂਰੀ ਗਰੰਟੀ ਲੈਂਦੇ ਨੇ ਇਸ ਚੀਜ਼ ਦੀ, ਉਹ ਇੰਪਲੋਇਰ ਨੂੰ ਮਿਲਦੇ ਨੇ। ਇੰਪਲੋਇਰ ਅੱਗੋਂ ਨੌਕ ਦੇਖਦਾ ਹੈ, ਜਿਹੜੀ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਹੈ ਉਹ ਦੇਖਦਾ, ਉਹਦੇ ਅਕੋਰਡਿੰਗ ਤੁਹਾਡੀ ਪ੍ਰੋਫੈਸ਼ਨ ਸੈੱਟ ਹੁੰਦਾ, ਪ੍ਰੋਫੈਸ਼ਨ ਦੇ ਅਕੋਰਡਿੰਗ ਤੁਹਾਡਾ ਨੌਕ ਮਿਲ ਗਿਆ, ਨੌਕ ਦੇ ਅਕੋਰਡਿੰਗ ਤੁਹਾਡੀ LMI ਇਸ਼ੂ ਕਰਾਉਣ ਲਈ ਜਾਏਗੀ, LMI ਦੇ ਅਕੋਰਡਿੰਗ ਤੁਹਾਡੀ ESDC ਡਿਪਾਰਟਮੈਂਟ ਜਾਏਗੀ, ਉੱਥੋਂ TP ਇਸ਼ੂ ਕਰਨਗੇ, ਫਿਰ ਤੁਹਾਡਾ ਵਰਕ ਪਰਮਿਟ ਇਸ਼ੂ ਹੁੰਦਾ। ਫਿਰ ਕੀ ਗਰੰਟੀ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਕੈਨੇਡੀਅਨ ਐਮਬੈਸੀ ਬੈਠੀ ਹੈ ਉਹ ਤੁਹਾਨੂੰ ਵਰਕ ਪਰਮਿਟ ਦੇ ਹੋਣ ਦੇ ਬਾਵਜੂਦ ਵੀ ਤੁਹਾਨੂੰ ਵੀਜ਼ਾ ਦੇ ਦੇਗੀ? ਇੰਨਾ ਆਸਾਨ ਕੰਮ ਨਹੀਂ ਹੈ। ਮੈਂ ਬਾਰ-ਬਾਰ ਕਹਿ ਰਿਹਾ ਵਾਂ, ਜਿਹੜੇ ਗੱਲਾਂ ਕਰਦੇ ਨੇ 2-3 ਲੱਖ ਦੇ ਵਿੱਚ ਤੁਹਾਨੂੰ ਦੇ ਦਿਆਂਗੇ ਵਰਕ ਪਰਮਿਟ ਜਾਂ 50,000 ਰੁਪਏ ਤੁਹਾਨੂੰ ਪਹਿਲਾਂ ਐਡਵਾਂਸ ਦੇ ਦਿਓ ਤੇ ਫਿਰ ਬਾਕੀ ਚੀਜ਼ ਬਾਅਦ ਚ ਪੈਸੇ ਲੈ ਲਾਂਗੇ, ਇਦਾਂ ਕੁਝ ਨਹੀਂ ਹੋਣਾ। ਬਹੁਤ ਹੀ ਸੈਂਸਿਟਿਵ ਟੌਪਿਕ ਹੈ। ਇੱਦਾਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਜਿਹੜੀ ਮਾਰਾ ਜਿਹੜੀ ਏਜੰਸੀਜ਼ ਹੈ, ਮਾਰਾ ਏਜੰਸੀ ਜਿਹੜੀਆਂ ਨੇ ਇਹ ਮਾਈਗ੍ਰੇਸ਼ਨ ਏਜੰਟਸ ਹੁੰਦੇ ਨੇ, ਜਿਹੜੇ ਰਜਿਸਟਰਡ ਹੁੰਦੇ ਨੇ, ਇਹ ਰਜਿਸਟਰਡ ਏਜੰਟਸ ਹੁੰਦੇ ਨੇ ਆਸਟ੍ਰੇਲੀਆ ਵੱਲੋਂ। ਇਹੀ ਸਿਰਫ ਆਸਟ੍ਰੇਲੀਆ ਦਾ ਵਰਕ ਪਰਮਿਟ ਜਾਂ PR ਕਰ ਸਕਦੇ ਨੇ। ਹੁਣ ਇੰਡੀਆ ਦੇ ਵਿੱਚ ਜਿਹੜੇ ਮਾਰਾ ਏਜੰਟਸ, ਜਿਹੜੇ ਇੰਡੀਆ ਦੇ ਵਿੱਚ ਜਿਹੜੇ ਆਸਟ੍ਰੇਲੀਆ ਜਿਹੜੇ PR ਬੈਠੇ ਹੋਏ ਨੇ ਉਹ ਕਰ ਸਕਦੇ ਨੇ। ਹੁਣ ਸਾਡੇ ਕੋਲ ਮਾਰਾ ਏਜੰਸੀ ਵੀ ਨਹੀਂ ਹੈ। ਸੋ ਕਹਿਣ ਦਾ ਮਕਸਦ ਹੋਇਆ ਕਿ ਮਾਈ ਵੀਜ਼ਾ ਓਵਰਸੀਜ਼ ਵਰਕ ਪਰਮਿਟ ਕਿਵੇਂ ਕਰੇਗਾ, ਜਾਂ ਜਿਹੜੇ ਬਾਕੀ ਦੇ ਜਿਹੜੇ ਕੰਸਲਟੈਂਟ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਕੋਲ ICCRC ਮੈਂਬਰਸ਼ਿਪ ਨਹੀਂ ਹੈ, ਜਿਨ੍ਹਾਂ ਕੋਲ ਮਾਰਾ ਏਜੰਸੀ ਨਹੀਂ ਹੈ, ਮਤਲਬ ਕੈਨੇਡਾ ਦੀ ਕੋਈ ਏਜੰਸੀ ਨਹੀਂ ਹੈ ਜਾਂ ਆਸਟ੍ਰੇਲੀਆ ਏਜੰਸੀ ਨਹੀਂ ਹੈ, ਤਾਂ ਕਿਵੇਂ ਕਰ ਸਕਦੇ ਨੇ? ਕਿਸੇ ਵੀ ਕੰਟਰੀ ਦਾ ਵਰਕ ਪਰਮਿਟ ਕਰਨ ਦੇ ਲਈ ਉੱਥੋਂ ਦਾ ਤੁਹਾਨੂੰ ਰੈਜ਼ੀਡੈਂਸੀ ਹੋਣੀ ਚਾਹੀਦੀ ਹੈ, ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ। ਚਾਹੇ ਤੁਸੀਂ ਪੋਲੈਂਡ ਦੀ ਗੱਲ ਕਰੋ, ਯੂਕਰੇਨ ਦੀ ਗੱਲ ਕਰੋ, ਰਸ਼ੀਆ ਦੀ ਗੱਲ ਕਰੋ, ਕਿਸੇ ਵੀ ਕੰਟਰੀ ਦੀ ਗੱਲ ਕਰੋ, ਜਾਂ ਤਾਂ ਤੁਹਾਡੇ ਭੈਣ ਭਾਈ ਉੱਥੇ ਬੈਠੇ ਹੋਣ, ਉਹਨਾਂ ਕੋਲ ਕੋਈ ਏਜੰਸੀ, ਕੋਈ ਅਥਾਰਟੀ ਹੋਵੇ, ਕੋਈ ਆਥੋਰਾਈਜ਼ ਏਜੰਸੀ ਹੋਵੇ, ਕੋਈ ਤੁਹਾਡੇ ਕੋਲ ਲੈਟਰ ਹੋਵੇ ਉਹਨਾਂ ਦਾ ਕਿ ਤੁਸੀਂ ਵਾਕਈ ਹੀ ਇੱਥੋਂ ਦੀ ਰਿਕਰੂਟਮੈਂਟ ਕਰ ਸਕਦੇ ਹੋ ਮੈਨ ਪਾਵਰ ਦੀ। ਸੋ ਵਰਕ ਪਰਮਿਟ ਜਿਹੜਾ ਹੈ
ਲੱਖਾਂ ਰੁਪਇਆ ਦੇ ਕੇ ਤੁਸੀਂ ਫਸੋ ਨਾ। ਹਾਂ, ਜੇ ਤੁਹਾਡਾ ਇਹ ਹੋਣਾ ਹੋਇਆ ਤੇ ਬਹੁਤ ਘੱਟ ਪੈਸੇ 'ਚ ਹੋ ਜਾਂਦਾ। ਇਹ ਕੋਈ ਇੰਨਾ ਪੈਸਾ 30 40 50 ਲੱਖ ਰੁਪਇਆ ਨਹੀਂ ਲੱਗਦਾ। ਜੇ ਤੁਸੀਂ ਸਕਿੱਲਸ ਦੇ ਅੰਡਰ ਆਉਂਦੇ ਹੋ ਤਾਂ ਫਿਰ ਇਹ ਕੋਈ ਇਹ 'ਚ ਪ੍ਰੋਬਲਮ ਨਹੀਂ ਹੁੰਦੀ। ਬਟ ਕੋਸ਼ਿਸ਼ ਕਰੋ ਕਿ ICCRC ਮੈਂਬਰਸ਼ਿਪ ਜਿਨ੍ਹਾਂ ਕੋਲ ਹੈਗੀ ਹੈ ਜਾਂ ਜਿਨ੍ਹਾਂ ਕੋਲ ਐਮਰਜੈਂਸੀ ਆ ਉਹਨਾਂ ਦੇ ਨਾਲ ਹੀ ਕੰਟੈਕਟ ਕਰੋ। ਸੋ ਇਹ ਟੌਪਿਕ ਥੋੜਾ ਜਿਹਾ ਸੈਂਸਿਟਿਵ ਸੀ, ਮੈਨੂੰ 5-7 ਮਿੰਟ ਲਗਾਉਣੇ ਪੈ ਗਏ ਇਹਦੇ ਤੇ। ਤੋ ਪੰਜਾਬ ਦੇ ਵਿੱਚ ਕੋਈ ਵੀ ਕੰਸਲਟੈਂਟ ਵਰਕ ਪਰਮਿਟ ਨਹੀਂ ਕਰ ਸਕਦਾ ਜਦ ਤੱਕ ਕਿ ਉਹਦੇ ਕੋਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਲਾਇਸੈਂਸ ਨਹੀਂ ਹੈ। ਉਹ ਵੀ 17 ਕੰਟਰੀਆਂ ਨੇ, 17 ਕੰਟਰੀਜ਼ ਨੇ। ਜਿਨ੍ਹਾਂ ਨੇ ਕੈਨੇਡਾ ਦਾ ਵਰਕ ਪਰਮਿਟ ਕਰਨਾ ਉਹਨਾਂ ਕੋਲ ICCRC ਮੈਂਬਰਸ਼ਿਪ ਹੈ। ਜਿਨ੍ਹਾਂ ਨੇ ਆਸਟ੍ਰੇਲੀਆ ਦਾ ਵਰਕ ਪਰਮਿਟ ਕਰਨਾ ਉਹਨਾਂ ਕੋਲ ਮਾਰਾ ਏਜੰਸੀ ਹੈ। ਦੈਟਸ ਇਟ। ਇਸ ਤੋਂ ਇਲਾਵਾ ਕਿਸੇ ਵੀ ਕੰਸਲਟੈਂਟ ਨੂੰ ਫੋਨ ਕਰਕੇ ਨਾ ਪੁੱਛਿਆ ਕਰੋ ਕਿ ਸਰ ਕੈਨੇਡਾ ਦੇ ਵਿੱਚ ਕੋਈ ਵੈਕੈਂਸੀ ਹੈ, ਸਾਨੂੰ ਸਰ ਭੇਜ ਦਿਓ, ਸਰ ਕਿੰਨੇ ਪੈਸੇ ਲਓਗੇ, ਐਡਵਾਂਸ ਕਿੰਨੇ ਲਓਗੇ, ਕਿੰਨੀ ਦੇਰ ਦਾ ਪ੍ਰੋਸੈਸ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਕੋਵਿਡ ਹੋਣ ਕਾਰਨ ਦੇਖੋ ਬਾਕੀ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਹੈਗੇ ਨੇ ਪਰਟੀਕੂਲਰ ਕੰਟਰੀ ਦੇ, ਚਾਹੇ ਕੈਨੇਡਾ ਹੈ, ਆਸਟ੍ਰੇਲੀਆ ਹੈ, ਉੱਥੋਂ ਦੇ ਜਿਹੜੇ ਲੋਕਾਂ ਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਵਰਕਿੰਗ ਰਾਈਟਸ ਉਹਨਾਂ ਕੋਲ ਨਹੀਂ ਛੀਨੇ ਜਾ ਰਹੇ ਨੇ। ਜਿਹੜੇ ਸਟੂਡੈਂਟ ਵੀ ਉਹਨਾਂ ਨੂੰ ਕਿੰਨੀ ਦਿੱਕਤ ਆ ਰਹੀ ਹੈ, ਤੇ ਜਿਹੜੇ ਆਮ ਇਨਸਾਨ ਉੱਥੋਂ ਦੀ ਵਰਕ ਪਰਮਿਟ ਲੈ ਕੇ ਜਾਏਗਾ ਕਿੰਨੀ ਦਿੱਕਤਾਂ ਆਉਣਗੀਆਂ ਉਹਨਾਂ ਨੂੰ। ਸੋ ਮੈਂ ਇਸ ਟੌਪਿਕ ਨੂੰ ਹੋਰ ਵਧਾਵਾਂਗਾ ਨਹੀਂ, ਕਿਉਂਕਿ ਇਹ ਬਹੁਤ ਲੰਬਾ ਟੌਪਿਕ ਹੋ ਸਕਦਾ, ਬਹੁਤ ਸੈਂਸਿਟਿਵ ਟੌਪਿਕ ਹੈ। ਹੱਥ ਜੋੜ ਕੇ ਹੀ ਮੇਰੀ ਤੁਹਾਡੇ ਨਾਲ ਇਹੀ ਪ੍ਰਾਰਥਨਾ ਹੋਏਗੀ ਕਿ ਨਾ ਇੰਡਲਜ ਹੋਵੇ ਇਹ ਚੀਜ਼ਾਂ ਦੇ ਵਿੱਚ। ਸਿਰਫ ਹਾਂ ਆਪਣੀ ਸਕਿੱਲਸ ਦੇ ਬੇਸ ਤੇ ਜਾਓ, ਫਿਰ ਕੋਈ ਦਿੱਕਤ ਨਹੀਂ ਹੈ। ਰਾਈਟ। ਸੋ ਵਰਡ ਅਪਡੇਟ ਦੀ ਗੱਲ ਹੋ ਗਈ ਐਂਡ ਵਰਕ ਪਰਮਿਟ ਦੀ ਗੱਲ ਹੋ ਗਈ। ਇਹ ਬਹੁਤ ਜ਼ਰੂਰੀ ਸੀ। ਮਿਨਿਸਟਰ ਆਫ ਐਕਸਟਰਨਲ ਅਫੇਅਰ ਕੀ ਹੁੰਦਾ ਹੈ, ਮਾਰਾ ਏਜੰਸੀ ਕੀ ਹੁੰਦੀ ਹੈ, ICCRC ਮੈਂਬਰਸ਼ਿਪ ਕੀ ਹੁੰਦੀ ਹੈ, ਕੌਣ ਕਿਵੇਂ ਕਰ ਸਕਦਾ। ਤੁਸੀਂ ਮੰਨੋ ਕਿ ਮੈਂ ਗੰਗਾਨਗਰ ਗਿਆ ਤੇ ਉੱਥੇ ਮੈਂ ਕਿਸੇ ਨਾਲ ਗੱਲ ਕੀਤੀ ਕਿ ਵੀ ਤੁਸੀਂ ਕਿਵੇਂ ਕੰਮ ਕਰ ਸਕਦੇ ਆਪਾਂ, ਤੇ ਮੈਨੂੰ ਕੁਝ ਲੋਕ ਉੱਥੇ ਇਹ ਕਹਿਣ ਲੱਗ ਗਏ ਕਿ ਸਰ ਅਸੀਂ ਤਾਂ ਜਿਹੜੀ SDS ਜਿਹਨੂੰ ਆਪਾਂ ਸਟੂਡੈਂਟ ਡਾਇਰੈਕਟ ਸਟ੍ਰੀਮ ਵਰਕ ਕਹਿੰਦੇ, ਜਿਸ 6 ਬੈਂਡ ਈਚ ਹੈ, ਅਸੀਂ ਇਹਨੂੰ ਨੌਨ SDS ਕਨਵਰਟ ਕਰਕੇ ਅਸੀਂ ਵੀਜ਼ਾ ਲਵਾ ਦਿੰਦੇ ਹਾਂ। ਕਿਉਂ ਲੋੜ ਪੈ ਗਈ? ਕਿਉਂਕਿ GIC ਲਾਉਣ ਦੀ ਲੋੜ ਨਹੀਂ ਪੈਂਦੀ, ਜਿਹੜੀ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਆ ਉਹ ਲਾਉਣ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਫੀਸ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਪੈਂਦੀ। ਤਾਂ ਸਿਰਫ ਇਸੇ ਕਾਰਨ ਕਿ SDS ਦੀ ਫਾਈਲ ਨੂੰ ਨੌਨ SDS ਕਨਵਰਟ ਕਰਕੇ ਵੀਜ਼ਾ ਲਵਾਇਆ ਜਾਂਦਾ ਹੈ। ਔਰ ਰੇਸ਼ੋ ਕਿੰਨੀ ਹੈ? ਜਸਟ 20 to 30%। 10 ਦੇ ਵਿੱਚੋਂ 3 ਵੀਜ਼ੇ ਆਣਗੇ। ਜਿਹੜੇ 7 ਵੀਜ਼ੇ ਨਹੀਂ ਆਉਂਦੇ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ। ਉਹ ਜਿਹੜੇ 3 ਵੀਜ਼ੇ ਆਉਂਦੇ ਉਹ ਵੱਡੇ ਪੋਸਟਰ ਲਾ ਕੇ ਦੱਸਦੇ ਕਿ ਹਾਂ ਵੀ ਅਸੀਂ SDS ਨੂੰ ਨੌਨ SDS ਕਨਵਰਟ ਕਰਕੇ ਦੇਖੋ ਤੁਹਾਡਾ ਪੈਸਾ ਗਏ ਨਹੀਂ, ਸਾਨੂੰ ਆਪਣੇ ਜਿਹੜੇ ਫੰਡ ਹੈਗੇ ਨੇ ਉਹੀ ਬਸ ਆਪਣੀ ਜਿਹੜੀ ਸਟੇਟਮੈਂਟ ਉਹੀ ਦਿਖਾ, ਤੁਹਾਡਾ ਵੀਜ਼ਾ ਲੱਗ ਜਾਏਗਾ। ਗਵਰਨਮੈਂਟ ਨੇ, ਕੈਨੇਡੀਅਨ ਗਵਰਨਮੈਂਟ ਨੇ ਕਿੰਨਾ ਪਿਆਰਾ ਰੂਲ ਕੱਢਿਆ ਕਿ ਜਿਨ੍ਹਾਂ ਦੇ 6 ਬੈਂਡ ਈਚ ਹੈਗੇ ਨੇ, ਤੁਸੀਂ GIC ਆਪਣੀ 10,200 ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਸਾਨੂੰ ਬੈਂਕ 'ਚ ਦਿਖਾ ਦਿਓ ਤੇ ਸਾਲ ਦੀ ਫੀਸ ਜਮ੍ਹਾਂ ਕਰਾ ਦਿਓ, ਤੁਹਾਨੂੰ ਉਸੇ ਵੀਜ਼ਾ ਦੇ ਦਿਆਂਗੇ। ਤੇ ਕੰਸਲਟੈਂਟ ਨੇ ਕੀ ਕੀਤਾ, ਗਾਈਡ ਕੀ ਕੀਤਾ, ਮਿਸਗਾਈਡ ਕੀ ਕੀਤਾ ਕਿ ਤੁਹਾਨੂੰ ਸਰ ਜੀ ਜਿਹੜਾ 10,200 GIC ਹੈ, 6 ਲੱਖ ਦੇ ਕਰੀਬ, 6.25 ਲੱਖ ਹੈ, ਇਹ ਦਿਖਾਉਣ ਦੀ ਲੋੜ ਨਹੀਂ ਹੈ। ਆਪਣੇ ਫੰਡ ਹੁਣ ਕਿਸੇ ਦੇ ਸ਼ੋਅ ਕਰ ਦਿਓ, ਉਹ ਦਿਖਾ ਦਾਂਗੇ। ਉਹ ITR ਹੈਗੀ ਹੈ, ਉਹ ਸ਼ੋਅ ਕਰ ਦਿਓ, ਕਿਉਂਕਿ SDS ਦੇ ਵਿੱਚ, ਨੌਨ SDS ਦੇ ਵਿੱਚ ਤਾਂ GIC ਲਾਉਣ ਦੀ ਲੋੜ ਵੀ ਨਹੀਂ ਹੈ। ਹਾਂ, ਜਿਹੜੀ ਫੀਸਾਂ ਨੇ ਉਹ ਪ੍ਰਾਈਵੇਟ ਕਾਲਜ ਨੇ ਬਾਅਦ 'ਚ ਫੀਸਾਂ ਲੈ ਲੈਂਦੇ ਨੇ। ਸੋ ਇਹ ਵੀ ਧਿਆਨ ਨਾਲ ਸਮਝਣ ਦੀ ਗੱਲ ਆ। ਦੇਖੋ ਮੇਰਾ ਮਕਸਦ ਤੁਹਾਨੂੰ ਅੱਜ ਸਾਈਪ੍ਰਸ ਸਟੱਡੀ ਵੀਜ਼ਾ ਦਾ ਉਹ ਮੈਂ ਤੁਹਾਨੂੰ ਦੱਸਾਂਗਾ, ਬਟ ਇਹ ਚੀਜ਼ਾਂ ਬਹੁਤ ਦੁਖਦੀਆਂ ਨੇ ਮਨ ਕਿ ਜਦੋਂ ਅਸੀਂ ਲੋਕਾਂ ਨੂੰ ਜਾ ਕੇ ਮਿਲਦੇ ਆ, ਕੰਸਲਟੈਂਟ ਨੂੰ ਜਾ ਕੇ ਮਿਲਦੇ ਆ, ਕਿੰਨੀ ਰੋਂਗ ਪ੍ਰੈਕਟਿਸ, ਬੈਡ ਪ੍ਰੈਕਟਿਸ ਹੋ ਰਹੀ ਹੈ। ਸਟੂਡੈਂਟ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਟੂਡੈਂਟ ਮਿਸਗਾਈਡ ਹੋ ਜਾਂਦੇ ਨੇ। ਉਹ ਖੁਦ ਹੀ ਕਹਿੰਦੇ ਨੇ ਕਿ ਸਰ ਪੈਸਾ ਨਾ ਲਈਓ ਸਾਡੇ ਤੋਂ, ਸਾਨੂੰ ਬਸ ਭੇਜ ਦਿਓ ਔਰ ਜਦੋਂ ਵੀਜ਼ਾ ਲੱਗ ਜਾਏਗਾ ਸਾਡੇ ਪੈਸੇ ਲੈ ਲਿਓ। ਔਰ ਉਸ ਕੰਸਲਟੈਂਟ ਹੋਰ ਚਲਾਕ ਬੈਠੇ ਹੋਏ ਨੇ। ਉਹ ਕਹਿੰਦੇ ਠੀਕ ਆ ਭਾਈ, ਹੁਣ ਮੁਰਗਾ ਆ ਗਿਆ, ਹੁਣ ਤੈਨੂੰ ਅਸੀਂ ਵੱਢਦੇ ਹਾਂ। ਕਿਉਂ? ਕਿਉਂਕਿ ਤੈਨੂੰ ਤੇਰੀ SDS ਹੈਗੀ ਆ, 6 ਬੈਂਡ ਈਚ ਹੈ, ਪਰ ਫਿਰ ਵੀ ਤੈਨੂੰ ਨੌਨ SDS ਪਾਵਾਂਗੇ ਕਿਉਂਕਿ ਸਾਨੂੰ ਫਿਰ ਪੈਸੇ ਚਾਹੀਦੇ ਨਹੀਂ। ਅਸੀਂ ਤੋਂ ਜਿਹੜੀ 7 ਲੱਖ ਫੀਸ ਤੋਂ 11 ਲੱਖ ਰੁਪਏ ਲਵਾਂਗੇ, 4-4, 5-5 ਲੱਖ ਰੁਪਏ ਫਾਲਤੂ ਲੈਂਦੇ ਨੇ। ਕੀ ਲੋੜ ਹੈ? ਤਾਂ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਖੈਰ, ਇਹ ਗੱਲਾਂ ਜ਼ਿਆਦਾ ਵੱਧ ਜਾਣੀਆਂ ਨੇ। ਤਾਂ ਆਪਾਂ ਸਾਈਪ੍ਰਸ ਦਾ ਸਟੱਡੀ ਵੀਜ਼ਾ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਹੈ ਕਿ ਸਾਈਪ੍ਰਸ ਹਾਲੇ ਫਿਲਹਾਲ ਨਾ ਜਾਈਓ, ਕਿਉਂਕਿ ਹਾਲੇ ਵੀਜ਼ਾਸ ਦੀ ਬਹੁਤ ਦਿੱਕਤ ਹੈਗੀ ਹੈ। ਕੋਵਿਡ ਦਾ ਜਿਹੜਾ ਉੱਥੇ ਇਫੈਕਟਸ ਨੇ ਉਹ ਹਾਲੇ ਹੈਗੇ ਨੇ। ਅੰਬੈਸੀਜ਼ ਦੀਆਂ ਪ੍ਰੋਬਲਮਾਂ ਨੇ। ਜਿਨ੍ਹਾਂ ਲੋਕਾਂ ਨੇ ਜੂਨ 2020 ਦੇ ਵਿੱਚ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਵੀ ਬਹੁਤ ਮੁਸ਼ਕਿਲ ਨਾਲ ਵੀਜ਼ਾਸ ਮਿਲ ਰਹੇ ਨੇ। ਸੋ ਕੋਸ਼ਿਸ਼ ਇਹ ਕਰੋ ਕਿ ਹਾਲੇ ਫਿਲਹਾਲ ਸਮਝ ਲਵੋ, ਵੀਜ਼ਾ ਅਪਲਾਈ ਨਾ ਕਰਿਓ। ਔਰ ਜਦੋਂ ਸਮਾਂ ਆਏਗਾ ਮੈਂ ਫਿਰ ਦੁਬਾਰਾ ਲਾਈਵ ਫਿਰ ਹੋ ਜਾਵਾਂਗਾ ਔਰ ਫਿਰ ਤੁਹਾਨੂੰ ਮੈਂ ਦੱਸੂਗਾ ਕਿ ਵੀ ਕਦੋਂ ਆਪਾਂ ਅਪਲਾਈ ਕਰ ਸਕਦੇ ਹਾਂ। ਖੈਰ, ਹੁਣ ਆਪਾਂ ਗੱਲ ਕਰਦੇ ਹਾਂ ਸਾਈਪ੍ਰਸ ਦੀ। ਜਿਹੜਾ ਸਾਈਪ੍ਰਸ ਹੈ ਇਹ ਐਕਚੁਅਲੀ ਜਦੋਂ ਤੁਸੀਂ ਇਹਦਾ ਮੈਪ ਦੇਖੋਗੇ ਤਾਂ ਇਹਨੂੰ 2 ਪਾਰਟਸ ਡਿਵਾਈਡ ਕੀਤਾ ਗਿਆ ਹੈ। ਇੱਕ ਨਾਰਥ ਸਾਈਪ੍ਰਸ ਹੈ ਜਿਹੜਾ ਉੱਪਰਲੇ ਪਾਸੇ ਹੈ, ਔਰ ਇੱਕ ਸਾਊਥ ਸਾਈਪ੍ਰਸ ਹੈ ਨੀਚੇ ਵਾਲੇ ਪਾਸੇ। ਨੋਰਥ ਸਾਈਪ੍ਰਸ ਦੇ ਵਿੱਚ ਨਾ ਜਿਹੜੀ ਲੈਂਗੁਏਜ ਹੈ ਇਹ ਜਿਹੜੀ ਗ੍ਰੀਕ ਲੈਂਗੁਏਜ ਯੂਜ਼ ਕਰਦੇ ਨੇ ਉੱਥੇ, ਔਰ ਲੀਰਾ ਕਰੰਸੀ ਯੂਜ਼ ਹੁੰਦੀ ਹੈ, ਜਿਹੜੀ ਕਿ ਉੱਥੇ ਕੋਈ ਬਹੁਤ ਵਧੀਆ ਮਾਹੌਲ ਨਹੀਂ ਹੈ। ਜੇ ਮੈਂ ਆਪਣੇ ਪਰਸਨਲ ਗੱਲ ਕਰਾਂ, ਤੁਸੀਂ ਸਾਊਥ ਸਾਈਪ੍ਰਸ ਜਿਹੜਾ ਕਿ ਰਿਪਬਲਿਕ ਆਫ ਸਾਈਪ੍ਰਸ ਹੈ,
ਉੱਥੇ ਜਾਓ, ਉੱਥੇ ਯੂਰੋ ਚੱਲਦਾ ਹੈ। ਲੋਕਾਂ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨਸ ਨੇ ਉਹ ਵੀ ਵਧੀਆ ਨੇ। ਜੌਬ ਹੁਣ ਮਿਲਦੀ ਨਹੀਂ ਮਿਲਦੀ ਪਈ, ਇਹ ਤਾਂ ਬਾਅਦ ਦੀ ਗੱਲ ਨਹੀਂ, ਕਿਉਂਕਿ ਕੋਵਿਡ ਕਾਰਨ ਸਾਰਾ ਵਰਲਡ ਹੀ ਇਫੈਕਟ ਹੋਇਆ ਹੈ। ਔਰ ਜੌਬ ਬਾਰੇ ਸਾਡੇ ਨਾਲ ਪਲੀਜ਼ ਗੱਲ ਨਾ ਕਰਿਓ ਕਿ ਸਾਈਪ੍ਰਸ ਦੇ ਵਿੱਚ ਕੋਈ ਜੌਬ ਹੈ ਤਾਂ ਦੱਸੋ, ਉਹ ਜੌਬ ਦੇ ਲਈ ਅਸੀਂ ਨਹੀਂ ਗੱਲ ਕਰਦੇ। ਲਿਮਾਸੋਲ, ਲਾਰਨਾਕਾ ਤੇ ਨਿਕੋਸ਼ੀਆ, ਇਹ ਤਿੰਨ ਇਹਦੀਆਂ ਮੇਜਰ ਸਿਟੀਜ਼ ਨੇ। 12 ਲੱਖ ਦੇ ਕਰੀਬ ਇਹਦੀ ਪਾਪੂਲੇਸ਼ਨ ਹੈ, ਔਰ ਜਿਹੜੀ ਨਿਕੋਸ਼ੀਆ ਹੈ ਇਹ ਇਹਦੀ ਕੈਪੀਟਲ ਹੈ। ਜੇ ਮੈਂ ਗੱਲ ਕਰਾਂ ਕਿ ਯੂਰੋ ਚੱਲਦਾ ਹੈ ਤਾਂ ਨੋ ਡਾਊਟ ਕਿ ਯੂਰਪੀਅਨ ਜਿਹੜੀ ਪੈਰਾਮੀਟਰ ਦੇ ਅੰਡਰ ਇਹਦੀ ਐਜੂਕੇਸ਼ਨ ਆ ਜਾਂਦੀ ਹੈ। ਬਹੁਤ ਵਧੀਆ ਐਜੂਕੇਸ਼ਨ ਦਿੰਦੇ ਨੇ। ਲੋਕਾਂ ਨੇ ਪਤਾ ਨਹੀਂ ਕਿਉਂ ਸਾਈਪ੍ਰਸ ਨੂੰ ਲੋਅਰ ਲੈਵਲ ਤੇ ਮੰਨ ਕੇ ਤੁਰਦੇ ਨੇ ਕਿ ਜਿਨ੍ਹਾਂ ਦਾ ਕਿਸੇ ਪਾਸੇ ਵੀਜ਼ਾ ਨਹੀਂ ਲੱਗਦਾ ਤੇ ਸਾਈਪ੍ਰਸ ਚਲੇ ਜਾਓ। ਪਰ ਤੁਸੀਂ ਮੰਨੋ ਨਾ ਮੰਨੋ ਕਿ ਜੇ ਤੁਸੀਂ ਉੱਥੇ ਸਟੱਡੀ ਕਰ ਲੈਂਦੇ ਹੋ, ਚੰਗੀ ਸਟੱਡੀ ਕਰ ਲੈਂਦੇ ਹੋ, ਤਾਂ ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਮੂਵ ਕਰ ਸਕਦੇ ਹੋ। ਪਰ ਹਰੇਕ ਨਹੀਂ ਕਰ ਸਕਦਾ, ਇਹ ਡਿਪੈਂਡ ਕਰਦੀ। ਦੇਖੋ ਕ੍ਰੈਡਿਟ ਬੇਸਡ ਪੁਆਇੰਟ ਸਿਸਟਮ ਹੈਗਾ ਉਹਨਾਂ ਦਾ। ਕ੍ਰੈਡਿਟ ਤੁਸੀਂ ਪੁਆਇੰਟ ਲੈ ਲਏ, ਤੁਸੀਂ ਟ੍ਰਾਂਸਫਰ ਤੁਹਾਡਾ ਪੁਆਇੰਟ ਟ੍ਰਾਂਸਫਰ ਹੋ ਜਾਂਦੇ ਨੇ, ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਪੜ੍ਹਨ ਜਾ ਸਕਦੇ ਹੋ। ਪਰ ਜਿਹੜੇ ਥੋੜੇ ਜਿਹੇ ਹਾਇਰ ਲੈਵਲ ਦੇ ਸਟੂਡੈਂਟਸ ਨੇ, ਜਿਨ੍ਹਾਂ ਨੇ ਕਲਾਸਿਸ ਪ੍ਰੋਪਰ ਲਗਾਈਆਂ ਨੇ, ਜਿਨ੍ਹਾਂ ਦੇ 75% ਮਾਰਕਸ ਨੇ, 90% ਦੇ ਕਰੀਬ ਉਹਨਾਂ ਦੀ ਅਟੈਂਡੈਂਸ ਹੁੰਦੀਆਂ ਨੇ, ਉਹਨਾਂ ਲਈ ਇਹ ਐਲੀਜੀਬਿਲਟੀ ਬਣਦੀ ਹੈ। ਹਾਂ, ਜਦੋਂ ਤੁਸੀਂ ਵਰਕ ਪਰਮਿਟ ਤੁਹਾਨੂੰ ਮਿਲ ਜਾਂਦਾ ਉੱਥੇ, ਉਸ ਤੋਂ ਬਾਅਦ ਤੁਸੀਂ ਆਪਣਾ ਟੈਕਸ ਡਿਡਕਸ਼ਨ ਦੀ ਡਿਟੇਲ ਦਿਖਾ ਕੇ ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਜਾ ਸਕਦੇ ਹੋ। ਚਲੋ ਇਹ ਤਾਂ ਗੱਲ ਹੋ ਗਈ ਕਿ ਸਾਈਪ੍ਰਸ ਦਾ ਜਿਹੜੀ ਜੀਓਗ੍ਰਾਫੀਕਲ ਮਾਹੌਲ ਕਿਸ ਤਰ੍ਹਾਂ ਹੈਗਾ, ਉਹ ਤੁਹਾਨੂੰ ਮੈਂ ਦੱਸਿਆ। ਹੁਣ ਜਦੋਂ ਸਟੂਡੈਂਟ ਆਉਂਦੇ ਆ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਦੇ ਮਾਰਕਸ ਦੇਖਦੇ ਹਾਂ। ਯੂਜੀ ਤੇ ਪੀਜੀ ਦੇ ਵਿੱਚੋਂ ਅਪਰੋਕਸੀਮੇਟਲੀ 50% ਮਾਰਕਸ ਹੋਣ, ਗੈਪ ਇੱਥੇ ਚੱਲ ਜਾਂਦਾ ਹੈ ਬਟ ਫਿਰ ਵੀ ਜਸਟੀਫਾਈਡ ਹੋਵੇ। ਜਿਨ੍ਹਾਂ ਨੇ ਪਲੱਸ 2 ਕੀਤੀ ਹੈ ਤਾਂ ਉਹਨਾਂ ਦੀ ਉਮਰ ਜੇ ਮੰਨ ਲਓ ਕਿ 25-27 ਸਾਲ ਦੇ ਕਰੀਬ ਵੀ ਹੈ ਤਾਂ ਉਹ ਜਾ ਸਕਦੇ ਨੇ, ਤੇ ਜਿਨ੍ਹਾਂ ਨੇ ਕੀਤੀ ਗ੍ਰੈਜੂਏਸ਼ਨ ਉਹਨਾਂ ਦੀ 35-37 ਸਾਲ 40 ਸਾਲ ਤੱਕ ਦੀ ਏਜ ਵੀ ਹੈਗੀ ਹੈ, ਉਹ ਵੀ ਜਾ ਸਕਦੇ ਨੇ। ਬਟ ਹੁਣ 1 ਜਨਵਰੀ 2020 ਤੋਂ ਆਇਲਸ ਮੈਂਡੇਟਰੀ ਕਰਤਾ ਗਿਆ। ਮੈਕਸਿਮਮ ਜਿਹੜੀਆਂ ਐਮਬੈਸੀਜ਼ ਨੇ ਉਹ ਆਇਲਸ ਦੇ ਬੇਸ ਤੇ ਵੀਜ਼ਾ ਦਿੰਦੀਆਂ ਨੇ। ਸੋ ਕੋਸ਼ਿਸ਼ ਇਹ ਕਰੋ ਕਿ ਤੁਹਾਡੇ 5 ਬੈਂਡ ਜੇ ਓਵਰਆਲ ਆ ਜਾਂਦੇ ਨੇ ਤਾਂ ਤੁਹਾਡਾ ਜਿਹੜਾ ਵੀਜ਼ਾ ਹੈ ਸਾਈਪ੍ਰਸ ਦਾ ਲੱਗ ਸਕਦਾ। ਪਹਿਲਾਂ ਮੀਡੀਅਮ ਆਫ ਇੰਸਟਰਕਸ਼ਨ ਜੋ ਆਪਾਂ MOA ਕਹਿੰਦੇ ਸੀ, ਮੀਡੀਅਮ ਆਫ ਇੰਸਟਰਕਸ਼ਨ, ਉਹਦੇ ਤੇ ਤੁਹਾਡਾ ਵੀਜ਼ਾ ਲੱਗ ਜਾਂਦਾ ਸੀ। ਬਟ ਹੁਣ ਇਹ ਪੋਸੀਬਿਲਿਟੀ ਨਹੀਂ ਰਹੀ, ਤੁਹਾਨੂੰ ਆਇਲਸ ਜਿਹੜੀ ਹੈ ਉਹ ਕਰਨੀ ਪੈਂਦੀ ਹੈ। ਜਿਹੜੇ ਕੋਰਸਿਸ ਨੇ ਉਹ ਬਹੁਤ ਵਧੀਆ ਮਿਲ ਜਾਂਦੇ ਨੇ, ਹੋਟਲ ਮੈਨੇਜਮੈਂਟ ਦੇ, ਟੂਰਿਜ਼ਮ ਦੇ, ਹਸਪਿਟੈਲਿਟੀ ਦੇ, ਹੈਲਥ ਦੇ, ਨਰਸਿੰਗ ਦੇ ਜਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ, ਇਹ ਕੋਰਸਿਸ ਬਹੁਤ ਵਧੀਆ ਤੁਹਾਨੂੰ ਮਿਲ ਜਾਂਦੇ ਨੇ। ਔਰ ਜਿਹੜੇ ਇੱਥੋਂ ਦੀ ਸਟੱਡੀ ਕਰ ਲੈਂਦੇ ਨੇ ਤਾਂ ਤੁਹਾਨੂੰ ਮੈਂ ਦੱਸਿਆ ਕਿ ਵੀ ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਜਾ ਸਕਦੇ ਹੋ, ਪਰ ਡਿਪੈਂਡ ਕਰਦਾ ਕਿ ਤੁਸੀਂ ਉਹਨਾਂ ਦੀ ਚੈੱਕਲਿਸਟ ਪੂਰੀ ਕਰੋ। ਸੋ ਯੂਰੋਪੀਅਨ ਯੂਨੀਅਨ ਪੈਰਾਮੀਟਰ ਦੇ ਬੇਸਡ ਐਜੂਕੇਸ਼ਨ ਹੈ, ਬੈਸਟ ਐਜੂਕੇਸ਼ਨ ਹੈ। ਤੁਸੀਂ ਇਹ ਮੰਨ ਕੇ ਨਾ ਤੁਰਿਆ ਕਰੋ ਕਿ ਸਾਈਪ੍ਰਸ ਜਾ ਰਹੇ ਸਰ ਤੇ ਸਾਨੂੰ ਕਿਸੇ ਪਾਸੇ ਵੀਜ਼ਾ ਨਹੀਂ ਮਿਲਦਾ ਕਿ ਸਾਈਪ੍ਰਸ ਜਾ ਰਹੇ, ਇਸ ਤਰ੍ਹਾਂ ਦਾ ਸੋਚ ਨਾ ਲੈ ਕੇ ਆਓ। ਕ੍ਰੈਡਿਟ ਜਿਹੜਾ ਪੁਆਇੰਟ ਟ੍ਰਾਂਸਫਰ ਬੇਸ ਸਿਸਟਮ ਹੈ, ਤੁਸੀਂ ਇੱਥੇ ਪੜ੍ਹਦੇ ਹੋ, ਚੰਗਾ ਪੜ੍ਹਦੇ ਹੋ ਤੇ ਤੁਸੀਂ ਕੈਨੇਡਾ ਦੇ ਵਿੱਚ ਜਾ ਸਕਦੇ ਹੋ। 80 ਯੂਰੋ ਇਹਦੀ ਫੀ ਹੁੰਦੀ ਹੈ, ਔਰ ਅਪਰੋਕਸੀਮੇਟਲੀ ਜੇ ਫੀ ਦੀ ਗੱਲ ਕਰਾਂ ਕੋਈ ਲੱਖਾਂ ਰੁਪਏ ਜ਼ਿਆਦਾ ਤੇ ਦੇਣ ਦੀ ਲੋੜ ਨਹੀਂ ਹੈ। 3500 ਯੂਰੋ ਲੈ ਕੇ ਤੁਰੋ ਕਿ ਇਹਦੀ ਫੀਸ ਹੁੰਦੀ ਹੈ। 3500-4000 ਯੂਰੋ ਦੇ ਕਰੀਬ ਤੋਂ ਤਕਰੀਬਨ 3.5 ਲੱਖ ਰੁਪਏ ਦੇ ਵਿੱਚ ਤੁਸੀਂ ਮੰਨੋ ਤੇ ਇਹਦਾ ਵੀਜ਼ਾ ਮਿਲ ਸਕਦਾ, ਜਿਹੜੀ ਸਟਾਰਟਿੰਗ ਰੇਂਜ ਦੀ ਹੈਗੀ ਹੈ। ਹਾਂ, ਤੁਹਾਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਜਿਹੜਾ ਪਹਿਲਾ ਵਰਡ ਬੋਲਿਆ ਸੀ ਦਿੱਲੀ ਦੇ ਵੀ, ਤੁਹਾਨੂੰ ਇਹਦਾ ਅਪੋਸਟਲ ਕਰਨਾ ਪੈਂਦਾ ਹੈ। ਆਪਣੇ ਜਿਹੜੇ +2 ਦੇ ਸਰਟੀਫਿਕੇਟ ਨੇ ਇਹ ਤੁਹਾਨੂੰ ਅਪੋਸਟਲ ਕਰਨੇ ਪੈਂਦੇ ਨੇ। HRD ਜਿਹੜੀ ਹਿਊਮਨ ਰਿਸੋਰਸਿਸ ਡਿਵੈਲਪਮੈਂਟ ਹੈ, ਉੱਥੋਂ ਤੁਹਾਨੂੰ ਜਿਹੜਾ ਹੈ HRD ਕਰਨੀ ਪੈਂਦੀ ਹੈ, ਅਪੋਸਟਲ ਕਰਨੀ ਪੈਂਦੀ ਹੈ। ਮੈਡੀਕਲ ਕਰਾਉਣਾ ਪੈਂਦਾ ਹੈ, ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹਨੂੰ ਆਪਾਂ PCC ਕਹਿੰਦੇ ਆ ਉਹ ਕਰਾਉਣਾ ਪੈਂਦਾ ਹੈ। ਉਸ ਤੋਂ ਬਾਅਦ ਅਸੀਂ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਇਹ ਜਿਹੜੀ ਸਕੈਨ ਕਰਕੇ ਕਾਲਜ ਭੇਜਦੇ ਹਾਂ, 2 ਦਿਨ ਦੇ ਵਿੱਚ ਆਫ ਲੈਟਰ ਆ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਮੰਨੋ ਕਿ ਵਿਦਿਨ ਅ ਵੀਕ ਜਾਂ 10 ਦਿਨ ਦੇ ਵਿੱਚ ਕਾਲਜ ਨੂੰ ਵੀਜ਼ਾ ਲੱਗ ਕੇ ਆ ਜਾਂਦਾ। ਕਾਲਜ ਤੁਹਾਨੂੰ ਦੱਸਦਾ ਕਿ ਹਾਂ ਵੀ ਵੀਜ਼ਾ ਲੱਗ ਗਿਆ, ਉਸ ਤੋਂ ਬਾਅਦ ਤੁਸੀਂ ਆਪਣੀ ਫੀਸ ਜਮ੍ਹਾਂ ਕਰੋ। ਤੁਕੋ ਹੁਣ ਵੀਜ਼ਾ ਲੱਗਿਆ ਤਾਂ ਫੀਸ ਜਮ੍ਹਾਂ ਕਰਾਣੀ ਹੈ, ਔਰ ਇਹ ਸਰਕਾਰ ਦਾ ਰੂਲ ਹੈ। ਇਹਦੇ ਵਿੱਚ ਕੋਈ ਬਾਈ ਵੀਜ਼ਾ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਲੈ ਵੀ ਬਾਈ ਵੀਜ਼ਾ ਜਿਹੜਾ ਹੈ ਉਹ ਤੁਹਾਡਾ ਜਿਹੜਾ ਟਿਊਸ਼ਨ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਲੈਂਦਾ ਹੈ। ਸਿੰਗਾਪੁਰ ਹੋ ਜਾਵੇ, ਸਾਈਪ੍ਰਸ ਹੋ ਜਾਵੇ, ਇਹ ਸਾਰੇ ਹੀ ਵੀਜ਼ਾ ਲੱਗਣ ਤੋਂ ਬਾਅਦ ਹੀ ਟਿਊਸ਼ਨ ਫੀਸ ਲੈਂਦੇ ਨੇ। ਈਵਨ US ਦੀ ਆਪਾਂ ਗੱਲ ਵੀ ਕੀਤੀ ਸੀ ਲਾਸਟ ਟਾਈਮ। ਹੁਣ ਜਿਹੜਾ ਫੀ ਆਫਟਰ ਵੀਜ਼ਾ ਦਾ ਜਿਹੜਾ ਸਿਸਟਮ ਹੈ ਇਹ ਵੀ ਬੜਾ ਖਤਰਨਾਕ ਹੈ। ਇਹਦੇ ਲਈ ਆਪਾਂ ਜਿਵੇਂ ਵਰਕ ਪਰਮਿਟ ਲਈ 2-3 ਮਿੰਟ ਗੱਲ ਕੀਤੀ ਹੈ, ਤਾਂ ਮੈਨੂੰ 2-3 ਮਿੰਟ ਇਹਦੇ ਤੇ ਵੀ ਗੱਲ ਕਰਨ ਦਿਓ। ਫੀ ਆਫਟਰ ਵੀਜ਼ਾ, ਫੀ ਆਫਟਰ ਵੀਜ਼ਾ ਦਾ ਮਤਲਬ ਇਹ ਹੁੰਦਾ ਕਿ ਟਿਊਸ਼ਨ ਫੀ ਜਿਹੜੀ ਹੈਗੀ ਹੈ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਦਿਓ। ਤੇ ਮੈਨੂੰ ਇਹ ਦੱਸੋ ਕਿ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਕਾਲਜ ਹੈ ਕਿ ਜਿਹੜਾ ਫੀ ਜਿਹੜੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਨਹੀਂ ਲੈਂਦਾ। ਜਿੰਨੇ ਵੀ ਪ੍ਰਾਈਵੇਟ ਕਾਲਜਿਸ ਨੇ ਪੂਰੇ ਵਰਲਡ ਦੇ ਵਿੱਚ, ਜਿੰਨੇ ਵੀ ਪ੍ਰਾਈਵੇਟ ਕਾਲਜਿਸ ਨੇ, ਸਾਰਿਆਂ ਦੀਆਂ ਫੀਸਾਂ ਵੀਜ਼ਾ ਲੱਗਣ ਤੋਂ ਬਾਅਦ ਜਾਂਦੀਆਂ ਨੇ। ਦੇਖੋ ਸਾਈਪ੍ਰਸ, ਸਿੰਗਾਪੁਰ, US ਦੀ ਗੱਲ ਤਾਂ ਮੈਂ ਕਰਤੀ ਹੈ, ਇਹ ਤਾਂ ਕੰਟਰੀਆਂ ਹੀ
ਜਿਹੜੀਆਂ ਨੇ ਇਹ ਚਾਹੇ ਸਰਕਾਰੀ ਹੋਣ ਪ੍ਰਾਈਵੇਟ ਹੋਣ, ਇਹ ਤਾਂ ਪੈਸੇ ਹੀ ਬਾਅਦ ਚੋਂ ਲੈਂਦੀਆਂ ਨੇ। ਇਹ ਤਾਂ ਵੀਜ਼ਾ ਲੱਗਣ ਤੋਂ ਬਾਅਦ ਹੀ ਫੀਸ ਲੈਂਦੀਆਂ ਨੇ। ਤੇ ਜਿਹੜੇ ਸਾਡੇ ਕੰਸਲਟੈਂਟ ਲੌਬੀ ਦੇ ਜਿਹੜੇ ਸਾਡੇ ਕੁਝ ਐਸੇ ਮੇਰੇ ਭੈਣ ਭਾਈ ਹੈਗੇ ਨੇ, ਉਹ ਕਹਿੰਦੇ ਕਿ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਨਾ, ਉਹ ਵੀਜ਼ਾ ਲੱਗਣ ਤੋਂ ਬਾਅਦ ਦੇ ਦਿਓ, ਸਾਨੂੰ 50,000 ਰੁਪਏ ਫਾਲਤੂ ਦੇ ਦਿਓ, ਲੱਖ ਰੁਪਏ ਫਾਲਤੂ ਦੇ ਦਿਓ। ਜਦ ਕਿ ਫੀਸ ਤਾਂ ਕੰਟਰੀ ਲੈਂਦੇ ਹੀ ਬਾਅਦ ਚ ਪਈ ਹੈ। ਐਮਬੈਸੀ ਵਾਲਿਆਂ ਨੇ ਤਾਂ ਕਦੇ ਕਿਹਾ ਹੀ ਨਹੀਂ ਕਿ ਤੁਸੀਂ ਪਹਿਲਾਂ ਫੀਸ ਜਮ੍ਹਾਂ ਕਰਾਓ। ਤੋ ਕਹਿਣ ਦਾ ਮਕਸਦ ਇਹ ਹੈ, ਔਰ ਜਿੰਨੇ ਵੀ ਕੈਨੇਡਾ ਤੇ ਆਸਟ੍ਰੇਲੀਆ ਦੇ, ਨਿਊਜ਼ੀਲੈਂਡ ਦੇ ਜਿੰਨੇ ਵੀ ਪ੍ਰਾਈਵੇਟ ਕਾਲਜਿਸ ਨੇ, ਉਹ ਸਾਰੇ ਹੀ ਫੀਸਾਂ ਬਾਅਦ ਚੋਂ ਲੈਂਦੇ ਨੇ। ਔਰ ਮੈਕਸਿਮਮ ਕੰਸਲਟੈਂਟ ਕੀ ਕਰਦੇ ਨੇ, ਦੇਖੋ ਦੋ ਕਿਸਮ ਦੇ ਕੰਸਲਟੈਂਟ ਨੇ। ਮੈਕਸਿਮਮ ਕੰਸਲਟੈਂਟ ਕੀ ਕਰਦੇ ਨੇ ਕਿ ਪਾਉਂਦੇ ਹੀ ਪ੍ਰਾਈਵੇਟ ਕਾਲਜ ਨੇ। ਹੁਣ ਦੇਖੋ ਕਿੰਨੀ ਵੱਡੀ ਤਰਾਸਦੀ ਇਸ ਚੀਜ਼ ਦੀ ਕਿ ਪਾਣਾ ਹੀ ਇਹਨਾਂ ਨੇ ਪ੍ਰਾਈਵੇਟ ਕਾਲਜ ਹੈ। ਉਹਨਾਂ ਦਾ ਮਕਸਦ ਕੀ ਹੁੰਦਾ, ਸਰ ਤੁਹਾਨੂੰ ਤਾਂ ਅਸੀਂ ਕੈਨੇਡਾ ਲੈਂਡ ਕਰਾ ਦੇਣਾ, ਨਾ ਸਾਨੂੰ ਕੋਰਸ ਬਾਰੇ ਪੁੱਛੋ, ਨਾ ਸਾਨੂੰ ਆਪਣੇ ਫਿਊਚਰ ਬਾਰੇ ਗੱਲ ਕਰੋ, ਨਾ ਸਾਨੂੰ ਵਰਕ ਪਰਮਿਟ ਬਾਰੇ ਗੱਲ ਕਰੋ, ਨਾ ਸਾਨੂੰ ਪੀਆਰ ਬਾਰੇ ਗੱਲ ਕਰੋ। ਅਸੀਂ ਕੀ ਕਰਨਾ ਹੈ, ਤੁਹਾਡਾ ਜਿਹੜਾ ਵੀਜ਼ਾ ਹੈ ਇਹ ਤੁਹਾਨੂੰ ਵੀਜ਼ਾ ਲਵਾ ਕੇ ਦਿਆਂਗੇ। ਦੇਖੋ ਲਵਾ ਕੇ ਦਿਆਂਗੇ ਕਿੰਨਾ ਪਿਆਰਾ ਵਰਡ ਬੋਲਦੇ ਨੇ, ਜਦ ਕਿ ਵੀਜ਼ਾ ਅਪਲਾਈ ਕਰਨ ਦੀ ਗੱਲ ਹੁੰਦੀ ਹੈ। ਵੀਜ਼ਾ ਲਵਾਉਣਾ ਤਾਂ ਤੁਹਾਡੇ ਪ੍ਰੋਫਾਈਲ ਨੇ ਹੈ, ਤੁਹਾਡੀ ਅਕੈਡਮਿਕਸ ਨੇ ਹੈ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਕੀਤਾ ਕੀ ਹੈ। ਵੀਜ਼ਾ ਉੱਥੇ ਲੱਗਣਾ ਹੈ। ਕੋਈ ਕੰਸਲਟੈਂਟ ਵੀਜ਼ਾ ਨਹੀਂ ਲਵਾ ਕੇ ਦਿੰਦਾ। ਕੰਸਲਟੈਂਟ ਨੇ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਕਰਕੇ ਵੀਜ਼ਾ ਅਫਸਰ ਨੂੰ ਭੇਜਣਾ ਹੁੰਦਾ ਕਿ ਵੀ ਆਹ ਅਸੀਂ ਭੇਜੀ ਡਾਕੂਮੈਂਟ, ਤੇ ਤੁਸੀਂ ਹੁਣ ਦੇਖੋ ਕਿ ਵੀਜ਼ਾ ਲਾਉਣਾ ਕਿ ਨਹੀਂ ਲਾਉਣਾ। ਸੋ ਕਹਿਣ ਦਾ ਮਕਸਦ ਇਹ ਹੈ ਕਿ ਜਿੰਨੇ ਵੀ ਕੰਸਲਟੈਂਟ ਨੇ, ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਵੀ ਤੁਹਾਡੇ ਕੋਲ ਸਟੂਡੈਂਟ ਆਉਂਦੇ ਨੇ, ਉਹਨਾਂ ਨੂੰ ਪਹਿਲਾਂ ਦੱਸ ਦਿਓ ਕਿ ਵੀ ਪ੍ਰਾਈਵੇਟ ਕਾਲਜ ਦੇ ਵਿੱਚ ਤੁਹਾਨੂੰ ਇੱਥੇ ਵਰਕ ਪਰਮਿਟ ਮਿਲਣਾ ਹੈ ਨਹੀਂ ਮਿਲਣਾ, ਕਿਉਂਕਿ DLI ਦੀ ਲਿਸਟ ਹੈ, ਜੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟਸ ਨੇ, ਲਿਸਟ ਕੱਢ ਲਓ ਤੁਸੀਂ। ਦੇਖੋ ਆਪਾਂ ਦੁਨੀਆ ਭਰ ਦੇ ਗਾਣੇ ਵਜਾਣੇ ਦੇਖਦੇ ਹਾਂ, ਗੂਗਲ ਦੇਖਦੇ ਹਾਂ, YouTube ਦੇਖਦੇ ਹਾਂ, ਪਰ ਕਿਹੜੇ ਕਾਲਜ 'ਚ ਕਿਹੜਾ ਕੋਰਸ ਹੈ, ਉਹਨੂੰ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਨਹੀਂ ਮਿਲਣਾ, ਉਹ ਲਿਖਿਆ ਹੁੰਦਾ ਯੈਸ ਨੋ ਦੇ ਵਿੱਚ। ਤੁਸੀਂ DLI ਦੀ ਲਿਸਟ ਕੱਢੋ, ਉਹਦੇ ਵਿੱਚ ਤੁਹਾਨੂੰ ਕੈਨੇਡਾ ਦੀਆਂ ਜਿੰਨੀਆਂ ਵੀ ਪ੍ਰੋਵਿੰਸ ਨੇ, 10 ਪ੍ਰੋਵਿੰਸ ਨੇ, ਸਭ ਦੇ ਨਾਮ ਆ ਜਾਣਗੇ। ਔਰ ਜਿਸ ਪ੍ਰੋਵਿੰਸ ਜਾਣਾ ਚਾਹੁੰਦੇ ਉੱਥੇ ਚੈੱਕ ਕਰ ਲਓ, DLI ਨੰਬਰ ਤੋਂ ਉਸ ਕਾਲਜ ਦਾ ਨਾਮ ਲਿਖੋ, ਉਹ ਚਾਹੇਗਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੈਸ ਜਾਂ ਨੋ। ਜੇ ਯੈਸ ਆ ਗਿਆ ਤਾਂ ਮਿਲੇਗਾ। ਕਈਆਂ ਦੇ ਵਿੱਚ ਯੈਸ ਐਸਟਰਿਕ ਸਾਈਨ ਪਿਆ ਹੁੰਦਾ, ਉਹਦੇ ਵਿੱਚ ਚੈੱਕ ਕਰ ਲਓ ਕਿ ਤੁਸੀਂ ਇਹ ਕੋਰਸ ਕਰੋਗੇ ਤਾਂ ਹੀ ਤੁਹਾਨੂੰ ਵਰਕ ਮਿਲੇਗਾ। ਤਾਂ ਇਹ ਵੀ ਸਮਝਣ ਦੀ ਗੱਲ ਹੁੰਦੀ ਹੈ। ਤੁਸੀਂ ਸਾਡੇ ਕੋਲ ਆਉਂਦੇ ਹੋ, ਫਿਰ ਤੁਹਾਨੂੰ ਸਹੀ ਡਿਟੇਲ ਦੱਸਦੇ, ਕਿਉਂਕਿ ਸਮਾਂ ਨਹੀਂ ਹੁੰਦਾ ਕਿ ਤੁਹਾਨੂੰ ਜ਼ਿਆਦਾ 30 ਮਿੰਟ ਮਿਲਦੇ ਨੇ, ਗੱਲਾਂ ਕਾਫੀ ਇਕੱਠੀਆਂ ਹੋ ਜਾਂਦੀਆਂ ਨੇ, ਤੋਂ ਸਮਾਂ ਜ਼ਿਆਦਾ ਨਹੀਂ ਮਿਲ ਪਾਉਂਦਾ। 2-2 4-4 ਮਿੰਟ ਦੇ ਵਿੱਚ ਇਹ ਗੱਲ ਮੁਕਾਣੀ ਪੈਂਦੀ ਹੈ। ਸੋ ਪ੍ਰਾਈਵੇਟ ਜਿਹੜੇ ਕਾਲਜਿਸ ਨੇ ਇਹ ਲੈਂਦੇ ਹੀ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਹੈ, ਪਹਿਲੀ ਗੱਲ। ਦੂਜੀ ਗੱਲ, ਹੁਣ ਜਿਹੜੇ ਕੰਸਲਟੈਂਟ ਕਹਿੰਦੇ ਆ ਕਿ ਨਹੀਂ ਜੀ ਅਸੀਂ ਸਰਕਾਰੀ ਕਾਲਜਾਂ ਦੇ ਵਿੱਚ ਤੁਹਾਨੂੰ ਐਡਮਿਸ਼ਨ ਲੈ ਕੇ ਦਿਆਂਗੇ, ਫਿਰ ਵੀ ਪੈਸਾ ਬਾਅਦ ਚ ਲਵਾਂਗੇ। ਦੇਖੋ ਇਹ 'ਚ ਕਿੰਨਾ ਝੋਲ ਮੋਲ ਹੈ। ਇਹਦੇ ਵਿੱਚ ਕਰਦੇ ਕੀ, ਫਾਈਨੈਂਸਰ ਜਿਹੜੇ ਹੈਗੇ ਨੇ ਉਹ ਪੈਸਾ ਪਾਉਂਦੇ ਨੇ ਤੁਹਾਡੇ ਬੱਚੇ ਦੇ ਮਾਤਾ ਪਿਤਾ ਦੇ ਅਕਾਊਂਟ 'ਚ, ਪੇਰੈਂਟਸ ਦੇ ਅਕਾਊਂਟ ਦੇ ਵਿੱਚ। ਉਹ ਅਕਾਊਂਟ ਫ੍ਰੀਜ਼ ਹੋ ਗਿਆ, ਅਕਾਊਂਟ ਦੀ ਜਿਹੜੀ ਡਿਟੇਲ ਹੈ ਉਹ ਭੇਜ ਦਿੱਤੀ ਐਮਬੈਸੀ ਕੋਲ, ਵੀਜ਼ਾ ਲੱਗ ਗਿਆ, ਲੱਗਿਆ ਜਾਂ ਨਹੀਂ ਲੱਗਿਆ ਚਲੋ ਬਾਅਦ ਦੀ ਗੱਲਾਂ ਨੇ। ਉਹਦੇ ਉੱਪਰ 3 ਤੋਂ 4 ਤੋਂ 5 ਲੱਖ ਰੁਪਏ ਦਾ ਮਾਰਜਨ ਰੱਖਿਆ ਜਾਂਦਾ ਹੈ। 3 ਤੋਂ 4 ਤੋਂ 5 ਲੱਖ ਰੁਪਏ ਦਾ ਮਾਰਜਨ। ਕੈਨ ਯੂ ਇਮੇਜਿਨ ਕਿ ਕਿੱਥੇ ਦੁਨੀਆ ਜਾ ਰਹੀ ਹੈ। ਤਾਂ ਹੀ ਤਾਂ ਨਾਮ ਬਦਨਾਮ ਹੋ ਗਿਆ ਕੰਸਲਟੈਂਟਸ ਦਾ ਮੈਕਸਿਮਮ ਕਿ ਵੀ ਪੈਸਾ ਬਹੁਤ ਇਹਨਾਂ ਕੋਲ ਜੀ, ਜਾਂ ਇਹ ਠੱਗਦੇ ਬਹੁਤ ਨੇ। ਬਹੁਤ ਰੇਅਰ ਕੰਸਲਟੈਂਟ ਹੋਣਗੇ। ਦੇਖੋ ਮਾਰਕੀਟ ਦੇ ਵਿੱਚ 2 ਕਿਸਮ ਦੇ ਕੰਸਲਟੈਂਟ ਪਾਏ ਜਾਂਦੇ ਨੇ। ਕੁਝ ਤਾਂ ਹੁੰਦੇ ਨੇ ਕਿ ਸ਼ਾਰਟ ਟਰਮ, 100 ਦੇ ਵਿੱਚੋਂ 70 ਤਾਂ ਸ਼ਾਰਟ ਟਰਮ ਨੇ, 5-5 ਲੱਖ ਰੁਪਈਆ ਇੱਕ ਕੇਸ ਤੋਂ ਕਮਾਇਆ ਤੇ ਨਿਕਲੇ। ਦੂਜੇ ਹੈਗੇ ਨੇ ਲੌਂਗ ਟਰਮ, ਜਿਨ੍ਹਾਂ ਨੂੰ 15-15 20 ਸਾਲ ਹੋ ਗਏ ਕੰਮ ਕਰਦੇ ਨੂੰ, ਜਿਨ੍ਹਾਂ ਨੇ ਜਿਹੜੇ ਕੰਸਲਟੈਂਟ ਜਿਨ੍ਹਾਂ ਨੇ ਆਪਣੇ ਫੈਮਿਲੀ ਦੇ ਮੈਂਬਰ ਵਾਂਗੂ ਉਹਨਾਂ ਨੂੰ ਡੀਲ ਕਰਨਾ। ਤੋ ਕੰਸਲਟੈਂਟ ਦੀ ਪਛਾਣ ਕਰਨੀ ਸਿੱਖੋ। ਮੈਂ ਇੱਕ ਵੀਡੀਓ ਬਣਾਈ ਹੈ, ਮਾਈ ਵੀਜ਼ਾ ਓਵਰਸੀਜ਼ ਦਾ YouTube ਚੈਨਲ ਹੈ, ਸਬਸਕ੍ਰਾਈਬ ਕਰ ਲਿਓ। ਉਹਦੇ ਵਿੱਚ ਅਪਰੋਕਸੀਮੇਟਲੀ 80 ਵੀਡੀਓਜ਼ ਨੇ, ਜਿਹਦੇ ਵਿੱਚ ਮੈਂ ਇਹ ਬਹੁਤ ਐਕਸਪਲੇਨੇਸ਼ਨ ਦੇ ਨਾਲ ਦੱਸਿਆ ਕਿ ਵੀ ਕੰਸਲਟੈਂਟ ਦੀ ਆਪਾਂ ਭਾਲ ਕਿਵੇਂ ਕਰੀਏ। ਗਵਰਨਮੈਂਟ ਤੋਂ ਅਥੋਰਾਈਜ਼ ਹੋਵੇ, ਨੌਲੇਜ ਹੋਵੇ, ਰੈਪਿਡ ਹੋਵੇ, ਕੋਈ ਪਰਚਾ ਨਾ ਹੋਇਆ ਹੋਵੇ ਕੰਸਲਟੈਂਟ ਤੇ, ਕੋਈ ਬਾਹਰਲੇ ਕਿਸੇ ਐਮਬੈਸੀ ਨਾਲ ਉਹਦੀ ਕੋਈ ਬਲੈਕ ਲਿਸਟ ਨਾ ਹੋਇਆ ਹੋਵੇ। ਜਾਓ ਨੌਲੇਜ ਲਵੋ, ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਤੇ ਆਪਣਾ ਪ੍ਰੋਫਾਈਲ ਫਾਰਵਰਡ ਕਰਾਓ। ਸੋ ਕਹਿਣ ਦਾ ਮਕਸਦ ਇਹ ਹੈ ਕਿ ਵੀਜ਼ਾ ਫੀਸਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਨਾ ਕਰੋ। ਜਿਹੜੀਆਂ ਸਰਕਾਰੀ ਕਾਲਜਿਸ ਨੇ ਉਹ ਫੀਸਾਂ ਪਹਿਲਾਂ ਹੀ ਲੈਂਦੀਆਂ ਨੇ, ਕੋਈ ਚਾਂਸ ਨਹੀਂ ਹੈ। ਨਾ ਸੋਚਿਆ ਕਰੋ ਇਸ ਤਰ੍ਹਾਂ ਕਿ ਵੀ ਮਿਸਟਰ ਕੰਸਲਟੈਂਟ ਤੂੰ ਫੀਸ ਵਾਲੀ ਭਰ ਦੇ, ਸਾਡੇ ਤੋਂ 2-4 ਲੱਖ ਰੁਪਏ ਫਾਲਤੂ ਲੈ ਲਈ। ਵੱਧ ਤੋਂ ਨੁਕਸਾਨ ਜੇ ਹੋਏਗਾ ਤੁਹਾਡਾ ਤਾਂ 50,000 ਦਾ ਨੁਕਸਾਨ ਹੋ ਸਕਦਾ ਜੇ ਵੀਜ਼ਾ ਰਿਫਿਊਜ਼ ਹੁੰਦਾ। ਤੇ ਆਪਾਂ ਕਿੰਨੇ ਦਿਨੇ 4 ਤੋਂ 5 ਲੱਖ ਰੁਪਈਆ। ਖੈਰ ਇਹ ਵੀ ਬਹੁਤ ਸੈਂਸਿਟਿਵ ਮੁੱਦਾ ਹੈ, ਇਹਦੇ ਬਾਰੇ ਵੀ ਜ਼ਿਆਦਾ ਚਰਚਾ ਨਹੀਂ ਕੀਤੀ ਜਾ ਸਕਦੀ।
ਤੋਂ ਲਾਸਟ ਮੂਮੈਂਟ ਤੇ ਆ ਗਏ ਆਪਾਂ 1-2 ਮਿੰਟ ਹੈਗੇ ਆਪਾਂ ਕੋਲ। ਸਾਈਪ੍ਰਸ ਦਾ ਸਟੱਡੀ ਵੀਜ਼ਾ ਗੱਲ ਕਰ ਰਹੇ ਸੀ, ਤੁਹਾਨੂੰ ਮੈਂ ਦੱਸਦਾ ਕਿ UG PG ਦੇ ਵਿੱਚ 50% ਕੋਰਸ 50% ਮਾਰਕਸ ਹੋਣ ਔਰ ਆਇਲਸ ਕੀਤੀ ਹੋਵੇ, 5 ਬੈਂਡ ਹੋਣ, 5 ਬੈਂਡਸ ਹੋਣ, €80 ਫੀਸ ਹੈ। ਕੋਰਸਿਸ ਤੁਹਾਨੂੰ ਮੈਨੇਜਮੈਂਟ ਦੇ ਮਿਲ ਜਾਂਦੇ ਨੇ, ਹਸਪਿਟੈਲਿਟੀ ਦੇ, ਹੋਟਲ ਮੈਨੇਜਮੈਂਟ ਦੇ ਕੋਰਸ ਮਿਲ ਜਾਂਦੇ ਨੇ। ਔਰ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਪੋਸਟਲ ਕਰਾਓ, PCC ਕਰਾਓ, ਮੈਡੀਕਲ ਕਰਾਓ, ਆਫ ਲੈਟਰ 2 ਦਿਨ ਦੇ ਵਿੱਚ ਕਾਲਜ ਨੂੰ ਵੀਜ਼ਾ ਆ ਜਾਏਗਾ। ਤੁਸੀਂ ਫੀਸ ਜਮ੍ਹਾਂ ਕਰਾਓ ਵੀਜ਼ਾ ਲੱਗਣ ਤੋਂ ਬਾਅਦ ਤੇ ਤੁਸੀਂ ਵੀਜ਼ਾ ਲਵੋ ਔਰ ਫਲਾਈ ਕਰੋ। ਖਰਚਾ ਜਿਹੜਾ ਰਹਿਣ ਦਾ ਖਰਚਾ ਹੈਗਾ ਤਕਰੀਬਨ 100 ਤੋਂ €150 ਹੈ, ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ। ਛੁੱਟੀਆਂ ਦੇ ਵਿੱਚ, ਵਕੇਸ਼ਨਸ ਦੇ ਵਿੱਚ ਤੁਸੀਂ ਜਿਹੜੀ ਜੂਨ ਤੋਂ ਅਕਤੂਬਰ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ, ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਤੁਹਾਡੀ ਅਰਨਿੰਗ 800 ਤੋਂ ਲੈ ਕੇ €1000 ਤੱਕ ਪਹੁੰਚ ਸਕਦੀ ਹੈ। ਇਹ ਹੁਣ ਰੈਗੂਲਰ ਨਹੀਂ ਹੈ, ਇਹ ਡਿਪੈਂਡ ਕਰਦਾ ਤੁਸੀਂ ਕੰਮ ਕਿਵੇਂ ਕਰਦੇ ਹੋ। ਤੇ ਨਾਲ ਤੁਹਾਨੂੰ ਤਕਰੀਬਨ €2200 ਨਾਲ ਲੈ ਕੇ ਜਾਣਾ ਪੈਂਦਾ ਹੈ। 5.5 ਲੱਖ ਦੀ ਇੱਕ ਦਿਨ ਪੁਰਾਣੀ ਸਟੇਟਮੈਂਟ ਦਿਖਾ ਸਕਦੇ ਹੋ, ਚਾਚੇ ਮਾਮੇ ਤਾਏ ਭੈਣ ਭਰਾ ਜਿਹਦੀ ਮਰਜ਼ੀ ਦਿਖਾ ਦਿਓ। 1 ਡੇ 올ਡ ਫੰਡ ਹੁੰਦਾ ਹੈ ਔਰ 350 ਤੋਂ ਲੈ ਕੇ €400 ਤੱਕ ਜਿਹੜਾ ਹੈ ਉਹ ਤੁਹਾਡੀ ਅਰਨਿੰਗ ਪਰ ਮੰਥ ਹੋ ਸਕਦੀ ਹੈ, ਪਰ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕੁ ਮਿਹਨਤੀ ਹੋ। ਸੋ ਮੇਰੇ ਖਿਆਲ ਦੇ ਵਿੱਚ ਟੌਪਿਕ ਕੰਪਲੀਟ ਹੋ ਗਿਆ ਆਪਣਾ। ਫੈਬ, ਜੂਨ ਔਰ ਅਕਤੂਬਰ ਦੇ ਇਨਟੇਕ ਹੁੰਦੇ ਨੇ, ਫਿਲਹਾਲ ਹਾਲੇ ਅਪਲਾਈ ਨਾ ਕਰੋ। ਟੌਪਿਕ ਕੰਪਲੀਟ ਹੋ ਗਿਆ ਸਰ, ਤੇ ਮੈਨੂੰ ਉਮੀਦ ਹੈ ਕਿ ਤੁਸੀਂ, ਜੇ ਤੁਹਾਡਾ ਕੋਈ ਕੁਐਸਚਨ ਰਹਿ ਗਿਆ ਮੈਨੂੰ ਫੋਨ ਕਰ ਲਿਓ 9815833700 ਤੇ। ਔਰ ਨੈਕਸਟ ਵੀਕ 19 ਮਾਰਚ ਨੂੰ ਆਪਾਂ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ। ਟੌਪਿਕ ਹੋਏਗਾ ਸਿੰਗਾਪੁਰ ਦਾ ਸਟੱਡੀ ਵੀਜ਼ਾ। ਹੁਣ ਸਿੰਗਾਪੁਰ ਦਾ ਸਟੱਡੀ ਵੀਜ਼ਾ ਹੈ, ਇਹ ਅਸੀਂ ਕਿਸ ਤਰ੍ਹਾਂ ਤੁਹਾਡੀ ਹੈਲਪ ਕਰ ਸਕਦੇ ਹਾਂ। ਉੱਥੇ ਕੁਆਰੰਟੀਨ ਵੀ ਹੋਣਾ ਹੈ, ਉਹਦਾ ਖਰਚਾ ਕੌਣ ਬੀਅਰ ਕਰੇਗਾ, ਕਿਸ ਤਰ੍ਹਾਂ ਦਾ ਮਾਹੌਲ ਹੈ, ਤਾਂ ਇਹ ਆਪਾਂ ਸਾਰੀ ਗੱਲ ਕਰਾਂਗੇ 19 ਮਾਰਚ 2021 ਸ਼ੁੱਕਰਵਾਰ ਫਰਾਈਡੇ ਨੂੰ ਐਟ 5 o'clock, ਜੋ ਆਪਣਾ ਇੱਕ ਟਾਈਮ ਜਿਹੜਾ ਹੈ ਉਹ ਆਪਾਂ ਮਿਥਿਆ ਹੋਇਆ ਹੈ। ਤਾਂ ਤਦ ਤੱਕ ਦਿਓ ਮੈਨੂੰ ਇਜਾਜ਼ਤ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।